ਮਹਿਲਾਂ ਦੇ ਵਿੱਚ ਉਹਨਾਂ ਨੂੰ ਡੱਕਿਆ ਗਿਆ। ਇੱਕ ਵਾਰੀ ਟੀਟੀ ਜਦੋਂ ਯੂਨੀਅਨ ਉੱਥੇ ਗਈ ਹੈ ਡਾਂਗਾਂ ਨਾਲ ਉਹਨਾਂ ਨੂੰ ਸਿਰਫ ਕੁੱਟਿਆ ਗਿਆ। ਕੁੜੀਆਂ ਦੀਆਂ ਚੁੰਨੀਆਂ ਲਾਹੀਆਂ ਗਈਆਂ, ਮੁੰਡਿਆਂ ਦੀਆਂ ਪੱਗਾਂ ਸਾਡੀਆਂ ਖੁਦ ਦੀਆਂ ਪੱਗਾਂ ਉਤਾਰੀਆਂ ਗਈਆਂ। ਕੈਪਟਨ ਸਾਹਿਬ ਹੁਣ ਕਿਹੜਾ ਮੂੰਹ ਲੈ ਕੇ ਆਉਣਗੇ ਪਟਿਆਲੇ ਦੇ ਵਿੱਚ? ਕੀ ਕਹਿਣਗੇ ਮੈਂ ਕੀ ਕਰਿਆ? ਕਾਂਗਰਸ ਦੀ ਜਿਹੜੀ ਇਮੇਜ ਬਿਲਕੁਲ ਡਾਊਨ ਹੋ ਗਈ ਸੀ ਤਾਂ ਉਹਨਾਂ ਨੇ ਇੱਕ ਪੱਤਾ ਖੇਡਿਆ ਵੀ ਸੀਐਮ ਚੰਨੀ ਨੂੰ ਸੀਐਮ ਲਾ ਦਿੱਤਾ ਉਹਨਾਂ ਨੇ। ਕਿਉਂਕਿ ਜਿੰਨੇ ਪੰਜਾਬ ਦੇ ਕਮਾਈ ਦੇ ਸਾਧਨ ਨੇ ਉਹ ਸਭ ਚੱਕ ਕੇ ਨਾ ਕਾਰਪੋਰੇਟ ਘਰਾਣਿਆਂ ਨੂੰ ਦੇਤੇ। ਕੁੜੀਆਂ ਦੇ ਐਕਸੀਡੈਂਟ ਹੋਏ ਸੀ ਬੱਸਾਂ ਦੇ, ਤੁਸੀਂ ਦੇਖਿਆ ਹੋਵੇਗਾ ਕਿੰਨੀਆਂ ਸੱਟਾਂ ਲੱਗੀਆਂ ਸੀ ਕੁੜੀਆਂ ਦੀ, ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਦੇਖੋ ਇਸ ਵਾਰੀ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ ਪੋਲੀਟਿਕਸ ਦੇ ਵਿੱਚ। ਸਾਹਿਬ ਜਿਹੜੇ ਨੇ 4.5 ਸਾਲ ਮਹਿਲਾਂ ਦੇ ਵਿੱਚ ਬੈਠੇ ਰਹੇ ਨੇ ਤੇ ਉਹ ਉੱਥੇ ਫੇਸਬੁੱਕਾਂ 'ਤੇ ਲਾਈਵ ਹੋ ਕੇ ਜਾਂ ਕੁਝ ਵੀ ਹੈ ਨਾ ਇੱਦਾਂ। ਕੀ ਕਹਿਣਾ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਬਾਰੇ? ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਪਟਿਆਲਾ ਤੋਂ ਹੀ ਉਹ ਚੋਣਾਂ ਲੜ ਰਹੇ हैं कि कैप्टन साहब रेस में ही कब है, रेस में ही तब थे जब वो कांग्रेस में थे, अभी तो रेस ही नहीं है उनकी। ਤੇ ਉਹੀ ਕਾਂਗਰਸ ਪਾਰਟੀ ਨੇ ਅੱਜ ਉਹਨਾਂ ਦੇ ਕਾਰਜੁਕਾਰੀਆਂ ਨੇ ਜਿਹੜੀਆਂ ਉਹਦੇ ਕਰਕੇ ਬਾਹਰ ਕਰੇ, ਕਿਉਂਕਿ ਉਹ ਬੀਜੇਪੀ ਪ੍ਰਤੀ ਇੱਕ ਸੌਫਟ ਜਿਹੜਾ ਆਪਦਾ ਕੈਪਟਨ ਨੇ ਜਿਹੇ ਪਹਿਲਾਂ ਲੜਵਾਦੇ ਜਿਹੇ ਹੁਣ ਕਰ ਦੇਣਗੇ। ਜਦੋਂ ਵੀ ਆਉਂਦੇ ਸੀ ਕੋਈ ਧਰਨਾ ਲਾਣ ਇਹਨਾਂ ਨੇ ਹਮੇਸ਼ਾ ਡਾਂਗਾਂ ਹੀ ਮਾਰੀਆਂ। ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਇੱਕ ਤਰ੍ਹਾਂ ਦੀ ਕੋਝੀ, ਜਿਹਨੂੰ ਰਾਜਨੀਤੀ ਕਹਿ ਸਕਦੇ ਹੋ ਜੀ, ਕੋਝੀ ਰਾਜਨੀਤੀ ਹੋ ਰਹੀ ਹੈ ਇਹ। ਕੈਪਟਨ ਸਾਹਿਬ ਮੁਸ਼ਕਿਲ ਹੈ ਹੁਣ ਤਾਂ ਬਿਲਕੁਲ ਵੀ, ਜਿਵੇਂ ਕਹਿ ਦਿੰਦੇ ਚੱਲੇ ਹੋਏ ਕਾਰਤੂਸ ਨੇ। ਤਾਂ ਕੈਪਟਨ ਨੇ ਕੁਝ ਵਾਅਦੇ ਕੀਤੇ ਸੀ ਵੀ ਲੋਕਾਂ ਘਰ ਘਰ ਰੋਜ਼ਗਾਰ ਦੇਵਾਂ, ਕਿਸੇ ਨੂੰ ਰੋਜ਼ਗਾਰ ਨਹੀਂ ਮਿਲਿਆ, ਰੋਜ਼ਗਾਰ ਸਭ ਖੋਇਆ ਗਿਆ ਲੋਕਾਂ ਦਾ। 0 ਨੰਬਰ ਹੈ ਨਹੀਂ, ਕਿਉਂਕਿ ਕੁਝ ਕੀਤਾ ਹੀ ਨਹੀਂ ਹੈਗਾ ਜੀ। ਅਸੀਂ ਵੋਟਾਂ ਪਈਆਂ ਨੇ ਉਸ ਤੋਂ ਬਾਅਦ ਕੈਪਟਨ ਸਾਹਿਬ ਦਿਖੀ ਨਹੀਂ ਹੈਗੇ। ਜਦੋਂ 5 ਸਾਲ ਸੀਐਮ ਰਹਿ ਕੇ ਇਹਨਾਂ ਨੇ ਸ਼ਕਲ ਹੀ ਨਹੀਂ ਦਿਖਾਈ। ਨਵੇਂ ਯੂਥ ਨੂੰ ਇਹਨਾਂ ਨੇ ਕਿਆ ਹੀ ਮੋਟੀਵੇਟ ਕਰਨਾ, ਜਦੋਂ ਇਹਨਾਂ ਨੇ ਯੂਥ ਨੂੰ ਤਾਂ ਕੁੱਟ-ਕੁੱਟ ਕੇ ਇਹਨਾਂ ਨੇ ਬੁਰਾ ਹਾਲ ਕਰਤਾ, ਲੋਕਾਂ ਦੀਆਂ ਲੱਤਾਂ ਨਾਲ ਤੋੜਤੀਆਂ, ਡਾਂਗਾਂ ਨਾਲ। 4.5 ਸਾਲ ਕੈਪਟਨ ਨੇ ਇੱਥੇ ਰਿਹਾ, ਕਰਿਆ ਕੀ ਉਹਨਾਂ ਨੇ? ਕੀ ਕੰਮ ਕੀਤਾ ਮੈਮ? ਕੋਈ ਕੰਮ ਸਹੀ ਉਹਨਾਂ ਕੀਤਾ? कि लोग कांग्रेस को सपोर्ट करेंगे कैप्टन जी के साथ जाने के अलावा। ਜੇ ਕੈਪਟਨ ਸਾਹਿਬ ਦੇ ਵੇਲੇ ਦੇਖ ਲਓ 4.5 ਸਾਲ ਰਹੇ ਨੇ, ਵੀ ਕਿੰਨੀਆਂ ਕੁ ਭਰਤੀਆਂ ਹੋਈਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਦੀਕਸ਼ਾ ਠਾਕੁਰ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਪਹੁੰਚ ਗਏ ਹਾਂ ਤੇ ਯੂਥ ਤੋਂ ਜਾਣਦੇ ਹਾਂ ਕਿ ਇੱਕ ਵਾਰੀ ਫਿਰ ਤੋਂ ਕੈਪਟਨ ਨੂੰ ਮੌਕਾ ਦੇਣਗੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਛੱਡੀ ਹੈ ਉਹਨਾਂ ਦੀ ਆਲੋਚਨਾ ਬਹੁਤ ਜ਼ਿਆਦਾ ਹੋਈ ਹੈ ਤੇ ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ PLC। ਤੇ ਹੁਣ ਯੂਥ ਤੋਂ ਜਾਣਦੇ ਹਾਂ ਕਿ ਇੱਕ ਵਾਰੀ ਫਿਰ ਤੋਂ ਕੈਪਟਨ ਨੂੰ ਮੌਕਾ ਦੇਣਾ ਚਾਹੁੰਦੇ ਆ ਜਾਂ ਨਹੀਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਬਾਰੇ? ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਪਟਿਆਲਾ ਤੋਂ ਹੀ ਉਹ ਚੋਣਾਂ ਲੜ ਰਹੇ ਆ। ਦੇਖੋ ਇਸ ਵਾਰੀ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ ਪੋਲੀਟਿਕਸ ਦੇ ਵਿੱਚ। ਅਸਲ ਦੇ ਵਿੱਚ ਉਹਨਾਂ ਨੇ 4 ਸਾਲ ਪਹਿਲਾਂ ਉਹਨਾਂ ਨੇ ਕੁਝ ਨਹੀਂ ਕੀਤਾ। ਮੈਂ ETT ਟੈਟ ਪਾਸ ਕੇਡਰ ਹਾਂ। ਮੈਂ ਹੁਣ ਤੱਕ ਲਾ ਲਓ ਵੀ 3-4 ਧਰਨਿਆਂ 'ਤੇ ਤਾਂ ਮੈਂ ਖੁਦ ਦੇਖਿਆ ਜਿਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ। ਦੇਖੋ ਹਰ ਇੱਕ ਧਰਨੇ 'ਤੇ ਨਹੀਂ ਜਾਇਆ ਜਾ ਸਕਦਾ, ਪਰ ਅਸੀਂ ਹਮੇਸ਼ਾ ਦੇ ਕੇ ਨਾਲ ਰਹੇ ਹਾਂ। ਪਰ ਮੈਂ ਪਿੱਛੇ ਜੇ ਕੁਛ ਜਦੋਂ ਅਸੀਂ ਪਿੱਛੇ ਉਹਨਾਂ ਨੇ ਸਰਕਾਰ ਛੱਡੀ ਹੈ 1153 ਧਰਨੇ ਹੋ ਗਏ ਸੀ ਸਿਰਫ ਮੋਤੀ ਮਹਿਲ ਦੇ ਵਿੱਚ ਉਹਨਾਂ ਦੇ ਸਮੇਂ 'ਚ। ਸਿਰਫ ਇਹ ਟੀਚਰਾਂ ਦਾ ਨਹੀਂ ਸੀਗਾ, ਬਾਕੀ ਹਰ ਇੱਕ ਜੋ ਵੀ ਵਰਗ ਸੀਗਾ ਹਰ ਇੱਕ ਧਰਨੇ ਲਗਾ ਰਿਹਾ ਸੀਗਾ। ਇਹਨਾਂ ਨੇ ਕੁਛ ਨਹੀਂ ਕੀਤਾ। ਉਸ ਤੋਂ ਬਿਨਾਂ ਜਦੋਂ ਵੀ ਆਉਂਦੇ ਸੀ ਕੋਈ ਧਰਨਾ ਲਾਣ ਇਹਨਾਂ ਨੇ ਹਮੇਸ਼ਾ ਡਾਂਗਾਂ ਹੀ ਮਾਰੀਆਂ। ਨਵੇਂ ਜਿੰਨੇ ਵੀ ਮਤਲਬ ਬੇਰੁਜ਼ਗਾਰ ਫਿਰਦੇ ਆ ਇਹਨਾਂ ਨੇ ਉਹਨਾਂ ਦਾ ਕਦੀ ਵੀ ਸੁਣਿਆ ਤੱਕ ਨਹੀਂਗਾ। ਮਹਿਲਾਂ ਦੇ ਵਿੱਚ ਉਹਨਾਂ ਨੂੰ ਡੱਕਿਆ ਗਿਆ। ਇੱਕ ਵਾਰੀ ਟੀਟੀ ਜਦੋਂ ਯੂਨੀਅਨ ਉੱਥੇ ਗਈ ਹੈ ਡਾਂਗਾਂ ਨਾਲ ਉਹਨਾਂ ਨੂੰ ਸਿਰਫ ਕੁੱਟਿਆ ਗਿਆ। ਕੁੜੀਆਂ ਦੀਆਂ ਚੁੰਨੀਆਂ ਲਾਹੀਆਂ ਗਈਆਂ, ਮੁੰਡਿਆਂ ਦੀਆਂ ਪੱਗਾਂ ਸਾਡੀਆਂ ਖੁਦ ਦੀਆਂ ਪੱਗਾਂ ਉਤਾਰੀਆਂ ਗਈਆਂ। ਕਹਿਣ ਦਾ ਭਾਵ ਇਹਨਾਂ ਦਾ ਕੁਝ ਨਹੀਂ ਬਣ ਸਕਦਾ ਪੰਜਾਬ ਦੇ ਵਿੱਚ। ਹੁਣ ਜੋ ਠੀਕ ਹੈ, ਜੋ ਜਿੰਨਾ ਚਿਰ ਲੁੱਟ ਲਿਆ। ਹੁਣ ਨਵਾਂ ਜੋ ਵੀ ਨਵੇਂ ਨੌਜਵਾਨ ਆ ਇਹਨਾਂ ਦੇ ਨਾਲ ਨਹੀਂ ਹੈ। ਉਹਨਾਂ ਨੇ ਅਨਾਉਂਸਮੈਂਟ ਕੀਤਾ ਕਿ ਪਟਿਆਲੇ ਤੋਂ ਹੀ ਚੋਣਾਂ ਲੜ ਰਹੇ। ਤੁਸੀਂ ਮਤਲਬ ਇਸ ਵਾਰ ਉਹਨਾਂ ਨੂੰ ਸਪੋਰਟ ਨਹੀਂ ਕਰੋਗੇ? ਦੇਖੋ ਪਟਿਆਲੇ ਦੇ ਵਿੱਚ ਹੀ ਤਾਂ ਧਰਨਿਆਂ ਦੇ ਸਮੇਂ ਦੌਰਾਨ ਜੋ ਵੀ ਹੁੰਦਾ ਰਿਹਾ ਪਟਿਆਲੇ ਦੇ ਲੋਕਾਂ ਨੇ ਹੰਡਾਇਆ। ਇਹ ਪਟਿਆਲੇ ਦੇ ਲੋਕਾਂ ਨੇ ਦੇਖਿਆ। ਮੈਂ ਖੁਦ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਪਰ ਪਟਿਆਲੇ ਜ਼ਿਲ੍ਹੇ 'ਚ ਖੜ ਕੇ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਨੇ ਕੁਝ ਨਹੀਂ ਕੀਤਾ, ਬਸ ਧੋਖਾ ਕੀਤਾ ਪੰਜਾਬ ਦੀ ਦੁਨੀਆ ਨਾਲ। ਸੀਐਮ ਰਹੇ 5 ਸਾਲ, ਕਿੰਨੇ ਨੰਬਰ ਦੋਗੇ 10 'ਚ ਇਹਨਾਂ ਨੂੰ ਉਹਨਾਂ ਦੇ ਕੰਮ ਨੂੰ ਦੇਖ ਕੇ? ਦੇਖੋ ਇਹਦੇ ਵਿੱਚ ਤਾਂ ਨੈਗੇਟਿਵ ਮਾਰਕਿੰਗ 'ਚ ਹੀ ਨੰਬਰ ਜਾਣਗੇ ਇਹਨਾਂ ਨੂੰ।
ਕੁਝ ਵੀ ਨਹੀਂ ਕੀਤਾ, ਇਸ ਲਈ ਅਸੀਂ ਕਹਿ ਹੀ ਕੀ ਸਕਦੇ। ਜਦੋਂ 5 ਸਾਲ ਸੀਐਮ ਰਹਿ ਕੇ ਇਹਨਾਂ ਨੇ ਸ਼ਕਲ ਹੀ ਨਹੀਂ ਦਿਖਾਈ, ਨਵੇਂ ਯੂਥ ਨੂੰ ਇਹਨਾਂ ਨੇ ਕਿਆ ਹੀ ਮੋਟੀਵੇਟ ਕਰਨਾ, ਜਦੋਂ ਇਹਨਾਂ ਨੇ ਯੂਥ ਨੂੰ ਤਾਂ ਕੁੱਟ-ਕੁੱਟ ਕੇ ਇਹਨਾਂ ਨੇ ਬੁਰਾ ਹਾਲ ਕਰਤਾ, ਲੋਕਾਂ ਦੀਆਂ ਲੱਤਾਂ ਤੋੜਤੀਆਂ, ਡਾਂਗਾਂ ਨਾਲ। ਸੋ ਇਹਨਾਂ ਦਾ ਕੋਈ ਫਿਊਚਰ ਨਹੀਂ ਹੈ ਇਸ ਬਾਰੇ। ਤੇ ਉਸ ਤੋਂ ਉਹਨਾਂ 4.5 ਸਾਲ ਜਦੋਂ ਉਹਨਾਂ ਦੇ ਹੋ ਗਏ, ਉਹਨਾਂ ਨੂੰ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸੀਐਮ ਚੰਨੀ ਸੱਤਾ ਦੇ ਵਿੱਚ ਆਏ, ਉਹਨਾਂ ਦੀ ਫਿਲਹਾਲ ਸਰਕਾਰ ਹੈ, ਤੇ ਉਹਨਾਂ ਨੇ ਜੋ ਕੰਮ ਕੀਤਾ ਉਹਨਾਂ ਦੇ ਕੰਮ ਤੋਂ ਤੁਸੀਂ ਸੈਟੀਸਫਾਈਡ ਹੋ? ਦੇਖੋ, ਉਹਨਾਂ ਨੇ ਹਮੇਸ਼ਾ ਐਲਾਨ ਹੀ ਕੀਤੇ ਨੇ, ਹੁਣ ਤੱਕ ਅਸੀਂ ਐਲਾਨ ਹੀ ਦੇਖੇ ਆ। ਸਾਨੂੰ ਇੱਕ ਦਿਨ ਕਹਿ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਮੀਟਿੰਗ ਲੈ ਲਓ, ਅਗਲੇ ਦਿਨ ਕਹਿ ਦਿੱਤਾ ਜਾਂਦਾ ਸੀਗਾ ਕਿ ਨਾ ਜੀ ਕੁਝ ਨਹੀਂ ਹੋ ਸਕਦਾ। ਡਾਕਟਰ ਵਿਜੇਂਦਰ ਸਿੰਗਲਾ ਦੇ ਹੱਥ ਸਾਰੀ ਕਮਾਨ ਰੱਖੀ ਇਹਨਾਂ ਨੇ, ਕੈਪਟਨ ਦੇ ਸਮੇਂ ਵੀ ਉਹਨਾਂ ਨੇ ਚਲਾਇਆ ਤੇ ਚੰਨੀ ਦੇ ਸਮੇਂ ਵੀ ਉਹਨਾਂ ਨੇ ਕੀਤਾ। ਚੰਨੀ ਸਰ ਨੂੰ ਇੱਕੋ ਕੰਮ ਕੀਤਾ ਚੰਨੀ ਸਰ ਨੇ ਕਿ ਬਸ ਐਲਾਨ ਹੀ ਕੀਤੇ ਆ। ਇਸੇ ਯੂਨੀਵਰਸਿਟੀ 'ਚ ਆ ਕੇ ਗਏ ਆ, ਕੁਛ ਨਹੀਂ, ਸਾਰੀ ਦੁਨੀਆ ਨੇ ਉਹਨਾਂ ਦਾ ਵਿਰੋਧ ਹੀ ਕੀਤਾ। ਘੱਟੋ ਘੱਟ 2500-2600 ਸਟੂਡੈਂਟ ਸੀਗਾ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਉਸ ਸਮੇਂ ਵੀ ਤਸੱਦਦ ਕੀਤੀ ਹੈ ਜੀ। ਜੀ, ਜੇ ਉਹਨਾਂ ਨੂੰ ਤੁਸੀਂ 10 ਦੇ ਵਿੱਚੋਂ ਨੰਬਰ ਦੇਣਾ ਹੁੰਦੇ ਕਿੰਨੇ ਦੋਗੇ? ਉਹਨਾਂ ਨੂੰ ਕਿਆ ਹੀ ਨੰਬਰ ਦਾਂਗੇ, ਉਹ ਤਾਂ ਜੀ ਦੇਖੋ ਇਸ ਵਾਰ ਲਿਸਟ 'ਚ ਹੀ ਹੈ ਨਹੀਂਗੇ ਉਹਨਾਂ ਦਾ ਤਾਂ ਹੁਣ ਤੱਕ। ਹੁਣ ਤੁਸੀਂ ਦੇਖ ਹੀ ਰਹੇ ਹੋ ਰੇਤ ਮਾਫੀ ਵਾਲਾ ਕਿੰਨਾ ਮਸਲਾ ਉਹ ਭਖਿਆ ਹੋਇਆ, ਉਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਉਹ ਲਿਸਟ 'ਚ ਹੈ ਕਿ ਨਹੀਂ ਹੈ। ਉਹ ਸਿੱਧੂ ਨੂੰ ਨਹੀਂ ਪਤਾ ਹਜੇ ਤੱਕ ਉਹ ਲਿਸਟ 'ਚ ਹੈ ਕਿ ਨਹੀਂ ਹੈ। ਸੋ ਇਸ ਵਾਰੀ ਭਖੇਗਾ ਮੈਦਾਨ, ਕਿਸੇ ਨੂੰ ਵੀ ਕੋਈ ਆਪਾਂ ਕਹਿ ਦਈਏ ਕਿ ਉਹ ਜਿੱਤ ਜਾਏਗਾ ਜਾਂ ਹਾਰ ਜਾਏਗਾ, ਕਿਸੇ ਲਈ ਕਿਹਨੂੰ ਸਪੋਰਟ ਕਰੋਗੇ ਫਿਰ ਇਸ ਵਾਰ? ਸਪੋਰਟ ਦੇਖੋ, ਹਜੇ ਤੱਕ ਜੋ ਵੀ ਨਵੇਂ ਵਰਗ ਦਾ ਜਾਂ ਕਹਿ ਲਓ ਕਿ ਬੇਰੁਜ਼ਗਾਰਾਂ ਦੀ ਗੱਲ ਜੋ ਵੀ ਕਰੇਗਾ, ਸਪੋਰਟ ਉਸੇ ਨੂੰ ਹੋਏਗੀ, ਕਿਉਂਕਿ ਹੁਣ ਤੱਕ ਇਹਨਾਂ ਨੇ 5 ਸਾਲ ਅਕਾਲੀ ਕਾਂਗਰਸ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦਿੱਤਾ। ਅਗਰ ਆਮ ਆਦਮੀ ਦੀ ਗੱਲ ਹੀ ਆਪਾਂ ਕਰਦੇ ਹਾਂ, ਅਗਰ ਉਹ ਬੇਰੁਜ਼ਗਾਰਾਂ ਨਾਲ ਖੜੇਗੀ ਤਾਂ ਉਹ ਸੋਚ ਸਕਦੀ ਹੈ ਕਿ ਵੋਟ ਲੈ ਸਕਦੀ ਹੈ, ਨਹੀਂ ਤਾਂ ਉਹਨਾਂ ਨੂੰ ਵੀ ਕੋਈ ਫਿਊਚਰ ਨਹੀਂ ਹੈ। ਇਸ ਲਈ ਤੁਹਾਡਾ ਕੀ ਕਹਿਣਾ ਹੈ ਕੈਪਟਨ ਬਾਰੇ? ਜੋ ਇਸ਼ੂਜ਼ ਮੇਰੇ ਬ੍ਰਦਰ ਨੇ ਦੱਸੇ ਨੇ ਜੀ, ਸੇਮ ਉਹੀ ਹੈ ਜੀ। ਮੈਂ ਵੀ 3-4 ਵਾਰ ਅਸੀਂ ਜਾਂਦੇ ਰਹੇ ਹਾਂ ਖਰੜ, ਸੰਗਰੂਰ। ਹਾਂਜੀ, ਈਟੀਟੀ ਦਾ ਜੋ ਆਪਣੇ ਚੱਲ ਰਿਹਾ ਜੀ, ਟੀਚਰਾਂ ਦਾ ਪ੍ਰੋਟੈਸਟ ਚੱਲ ਰਿਹਾ, ਉਹਦੇ 'ਚ ਅਸੀਂ, ਮੈਂ, ਮੇਰਾ ਬ੍ਰਦਰ, ਅਸੀਂ 3-4 ਪ੍ਰੋਟੈਸਟ 'ਤੇ ਗਏ ਹਾਂ। ਸੇਮ ਉਹੀ ਇਸ਼ੂਜ਼, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਇਹ ਇੱਕ ਤਰ੍ਹਾਂ ਦੀ ਕੋਝੀ, ਜਿਹਨੂੰ ਰਾਜਨੀਤੀ ਕਹਿ ਸਕਦੇ ਹਾਂ ਜੀ, ਕੋਝੀ ਰਾਜਨੀਤੀ ਹੋ ਰਹੀ ਹੈ ਇਹ। ਇਹਦੇ 'ਚ ਕੁਝ ਕੱਢਣ ਕਢਾਉਣ ਵਾਲਾ ਹੈ ਨਹੀਂ ਜੀ, ਬਸ ਆਪਣੀ ਕੁਰਸੀ ਨੂੰ ਚੱਲੇ ਫਿਰਦੇ ਨੇ ਇਹ। ਕੱਲ੍ਹ ਪਰਸੋਂ ਇਹਨਾਂ ਦੇ ਆਪਣੇ ਮਜੀਠੀਆਂ ਨੇ ਜੀ ਜਿਹੜੇ ਐਕਸਪੋਜ਼ ਕੀਤੇ ਨੇ ਜੀ, ਜਿਹੜੇ ਸਬੂਤ ਆ ਮਾਈਨਿੰਗ ਦੇ, ਠੀਕ ਹੈ ਜੀ, ਇਹਨਾਂ ਦੇ ਆਪਣੇ ਬੰਦੇ ਸਾਰੇ ਕੱਢ ਕੁੱਢ ਕੇ ਇਹੀ ਕੁਛ ਕਰੀ ਚੱਲੀ ਜਾਂਦਾ ਹੈ ਬਸ। ਕੋਈ ਕਿਸੇ ਮਤਲਬ ਫਿਊਚਰ ਹੈ ਨਹੀਂ ਜੀ, ਯੂਥ ਦਾ ਇੱਥੇ ਫਿਊਚਰ ਹੈ ਨਹੀਂ। ਯੂਥ ਤਾਂ ਹੀ ਬਾਹਰ ਨੂੰ ਆਪਣੀ ਤਿਆਰੀ ਕਰ ਰਿਹਾ ਜੀ। ਇਹਨਾਂ ਨੇ ਇੱਕ ਤਰ੍ਹਾਂ ਦਾ ਮਾਹੌਲ ਬੇਕਾਰ ਕਰ ਰੱਖਿਆ ਜੀ। ਅੱਜ ਦੇ ਟਾਈਮ ਜੇ ਕਹਿ ਸਕਦੇ ਹਾਂ ਵੀ ਕੁਛ ਨਹੀਂ ਬਣ ਸਕਦਾ ਜੀ ਪੰਜਾਬ ਦਾ। ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ, ਉਹ ਸੀਐਮ ਬਣੇ, ਸੱਤਾ ਫਿਲਹਾਲ ਉਹਨਾਂ ਦੀ ਹੈ, ਤੇ ਉਹਨਾਂ ਦੇ ਕੰਮ ਤੋਂ ਖੁਸ਼ ਹੋ? ਨਹੀਂ ਜੀ, ਜਿੱਥੋਂ ਤੱਕ ਜਦੋਂ ਸਾਨੂੰ ਕੁਝ ਮਿਲੇਗਾ, ਠੀਕ ਹੈ ਜੀ, ਅਸੀਂ ਫਿਰ ਖੁਸ਼ ਹੋਵਾਂਗੇ। 111 ਦਿਨ ਉਹ ਰਹੇ ਨੇ, 111 ਦਿਨਾਂ ਤੇ ਉਹਨਾਂ ਨੇ ਕੁਝ ਹੀ ਕੰਮ ਹੀ ਕੀਤੇ ਨੇ ਜੀ, ਜਿਹਨੂੰ ਕਹਿ ਸਕਦੇ ਹਾਂ ਜੀ ਆਪਾਂ ਐਲਾਨ ਮੰਤਰੀ। ਉਹ ਐਲਾਨ ਮੰਤਰੀ ਹੀ ਰਹੇ ਨੇ। ਬਿਜਲੀ ਦਾ ਕੋਈ ਮਾਫ ਨਹੀਂ ਹੋਇਆ, ਕੋਈ ਕਿਸੇ ਨੂੰ ਨੌਕਰੀਆਂ ਜਿੰਨੀਆਂ ਵੀ ਪੋਸਟਾਂ ਕੱਢੀਆਂ ਸੀ, ਚਾਹੇ ਉਹ ਕਿਸੇ ਵੀ ਉਹਦੇ 'ਚ ਲਾ ਲਓ ਜੀ, ਸਾਰੀਆਂ ਹੀ ਇੱਦਾਂ ਹੀ ਰੁਕੀਆਂ ਪਈਆਂ ਹੋਈਆਂ ਨੇ, ਕੋਈ ਇੱਕ ਵੀ ਸਿਰੇ ਜਾਂ ਕੰਪਲੀਟ ਨਹੀਂ ਕੀਤੀ ਹੋਈ ਜੀ। ਅਗਰ ਤੁਸੀਂ ਕੈਪਟਨ ਅਮਰਿੰਦਰ ਜਾਂ ਸੀਐਮ ਚੰਨੀ ਨੂੰ ਮਾਰਕਿੰਗ ਦੇਣੀ ਹੈ 10 ਵਿੱਚੋਂ ਕਿੰਨੇ ਮਾਰਕ ਦਵੋਗੇ ਦੋਨਾਂ ਨੂੰ? ਕਿਸੇ ਨੂੰ ਵੀ ਕੋਈ ਮਾਰਕਿੰਗ ਨਹੀਂ ਦੇਣੀ ਜੀ, ਨਹੀਂ ਜੀ। ਇੱਕ ਵੀ ਨਹੀਂ? ਨਹੀਂ ਜੀ, ਇੱਕ ਵੀ ਨਹੀਂ। ਇੰਨੇ ਡਿਸਅਪਾਇੰਟਡ ਹੋ? ਹਾਂਜੀ, ਜਿੱਥੋਂ ਤੱਕ ਕੁਝ ਹਾਸਲ ਹੀ ਨਹੀਂ ਹੁੰਦਾ, ਨਾ ਸਾਨੂੰ ਕੁਝ ਦੇ ਰਹੇ, ਜਿੱਥੋਂ ਤੱਕ ਸਾਡਾ ਫਿਊਚਰ ਹੀ ਨਹੀਂ ਸਿਕਿਉਰ ਹੈਗਾ ਜੀ। ਜੇ ਸਾਨੂੰ ਸਾਡਾ ਫਿਊਚਰ ਸਿਕਿਉਰ ਹੋਊਗਾ ਫਿਰ ਸੋਚਾਂਗੇ ਵੀ ਇਹਨਾਂ ਨੂੰ ਕਿੰਨੀ ਮਾਰਕਿੰਗ ਦੇਣੀ। ਦੇਖੋ, ਇਹਨਾਂ ਨੇ ਪਟਵਾਰੀ ਦੀ ਭਰਤੀ ਕੱਢੀ, 2 ਪੇਪਰ ਲਏ ਆ। ਸਭ ਤੋਂ ਪਹਿਲੀ ਗੱਲ ਤਾਂ ਅੱਜ ਤੱਕ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਪਟਵਾਰੀ ਦਾ ਪੇਪਰ ਜੋ ਲਿਆ ਗਿਆ, ਚੰਡੀਗੜ੍ਹ ਹੀ ਸਾਰਿਆਂ ਦਾ ਪੇਪਰ ਲਿਆ ਸੀ, ਤੇ ਉਹਦੇ ਵਿੱਚ ਕਿੰਨਾ ਟ੍ਰੈਫਿਕ ਦੇ ਵਿੱਚ ਪਰੇਸ਼ਾਨ ਹੋਏ ਸੀ ਲੋਕ। ਕੁੜੀਆਂ ਬੱਸਾਂ ਦੇ ਵਿੱਚ, ਅੱਜ ਵੀ ਵੀਡੀਓ ਉਸ 'ਤੇ ਵਾਇਰਲ ਹੋਈਆਂ ਪਈਆਂ ਨੈਟਾਂ 'ਤੇ, ਕੁੜੀਆਂ ਦੇ ਐਕਸੀਡੈਂਟ ਹੋਏ ਸੀ ਬੱਸਾਂ ਦੇ, ਤੁਸੀਂ ਦੇਖਿਆ ਹੋਏਗਾ ਕਿੰਨੀਆਂ ਸੱਟਾਂ ਲੱਗੀਆਂ ਸੀ ਕੁੜੀਆਂ ਦੀ, ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਕਾਂਸਟੇਬਲ ਦੀ ਭਰਤੀ ਇਹਨਾਂ ਨੇ ਲਈ, ਉਹਦੇ ਲਈ ਕੁਛ ਨਹੀਂ, ਬਸ ਵਿੱਚ ਹੀ ਰੋਲ ਦਿੱਤੀ, ਉਹਦੀ ਵੀ ਜੁਆਇਨਿੰਗ ਨਹੀਂ ਦਿੱਤੀ। ਫਿਰ ਹੈੱਡ ਕਾਂਸਟੇਬਲ 'ਚ ਕੀ ਹੋਇਆ ਕਿ ਅਸੀਂ ਇਹ ਆਪਸ਼ਨ ਲਾ ਗਏ ਆ, ਆਪਸ਼ਨ ਦੇ ਆਨਸਰ ਦੇ ਵਿੱਚ ਸੀ ਆਪਸ਼ਨ ਆਏ ਹੋਏ ਆ, ਉਹਦੇ ਲਈ ਕਿਸੇ ਨੇ ਕੋਈ ਗੱਲ ਨਹੀਂ ਕੀਤੀ। SI ਦੀ ਭਰਤੀ ਉਹ ਵੀ ਰੋਲਤੀ ਵਿੱਚ ਹੀ। ਤੁਸੀਂ ਦੇਖ ਲਓ ਕਿ ਲਗਭਗ ਜਿੰਨੀਆਂ ਭਰਤੀਆਂ ਇਹਨਾਂ ਨੇ ਗੱਡੀਆਂ ਸਾਰੀਆਂ ਵਿੱਚ ਰੋਲੀਆਂ, ਸਿਰੇ ਕੋਈ ਨਹੀਂ ਲਾਈ ਗਈ। ਅੱਜ ਤੱਕ ਪੰਜਾਬੀ ਵਾਲੇ ਆ ਜਿਹੜੇ ਆਪਣੇ ਅਧਿਆਪਕ ਸੀਗੇ ਟੈਂਕੀਆਂ ਦੇ ਰੋਲ ਕੇ, ਮਨੀਸ਼ ਹੋਰੀ, ਐਡੇ ਵਿਚਾਰਿਆਂ ਦੀ ਦਾੜੀਆਂ ਨਿਕਲ ਆਈਆਂ, ਇਹਨਾਂ ਨੂੰ ਕੋਈ ਉਹਨਾਂ ਤੇ ਬੱਚਿਆਂ ਤੇ ਕਿਸੇ ਤੇ ਕੋਈ ਉਹ ਨਹੀਂ ਹੋਈ। ਸੁਰਿੰਦਰ ਸੀਗਾ ਮੁੰਡਾ, ਉਹ ਕਿੰਨੇ ਦਿਨ ਉੱਤੇ ਟੈਂਕੀ ਤੇ ਰਿਹਾ, ਉਹਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਪਰ ਨਵੇਂ ਮੁੰਡਿਆਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਫੇਲ ਤਾਂ ਆਪਾਂ ਮਤਲਬ ਬਹੁਤ ਘੱਟ ਪਿੱਛੇ ਰਹਿ ਜਾਂਦਾ। ਫੇਲ ਤੋਂ ਮੈਂ ਕਹਿੰਦਾ ਵੀ ਇੰਨਾ ਕੋਈ ਗਲਤੀ ਵਰਡ ਹੋਣਾ ਚਾਹੀਦਾ ਇਹਨਾਂ ਲਈ, ਜਿਹੜਾ ਵੀ ਕੋਈ ਇਹਨਾਂ ਲਈ ਉਹ ਸ਼ਰਮ ਆਏ, ਜਿਹਦੇ ਨਾਲ ਇਹਨਾਂ ਨੂੰ ਮਤਲਬ ਰੋਜ਼ਗਾਰ ਦੇਣ ਦੇ ਵਿੱਚ ਬਿਲਕੁਲ ਹੀ ਜ਼ੀਰੋ ਸੀਗੇ। ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਨਵੇਂ ਮੁੰਡਿਆਂ ਦੇ ਵਿੱਚ, ਕੁੜੀਆਂ ਦੇ ਵਿੱਚ ਇਹਨਾਂ ਦੇ ਲਈ ਬਹੁਤ ਰੋਸ ਹੈ ਕਿ ਇਹਨਾਂ ਨੇ ਰੋਜ਼ਗਾਰ ਦੇ ਲਈ ਕੁਝ ਨਹੀਂ ਕੀਤਾ। ਬਸ ਇਹੀ ਮੇਨ ਇਹਨਾਂ ਦਾ ਮੁੱਦਾ ਆਪਣਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਹੈਗਾ। ਜਿਹੜਾ ਮਤਲਬ ਕਿ 5 ਸਾਲਾਂ ਦੇ ਵਿੱਚ ਇਹ ਬੜੀਆਂ ਉਮੀਦਾਂ ਸੀਗੀਆਂ ਜਦੋਂ ਕੈਪਟਨ ਸਾਹਿਬ ਮਤਲਬ ਕਿ ਸਰਕਾਰ ਲੈ ਕੇ ਸਰਕਾਰ ਦੇ ਵਿੱਚ ਆਏ ਸੀਗੇ। ਲੋਕਾਂ ਨੂੰ ਮਤਲਬ ਕਿ ਦੂਜੀਆਂ ਸਰਕਾਰਾਂ ਤੋਂ ਜਿਵੇਂ ਅਕਾਲੀ ਦਲ ਤੋਂ ਬੜਾ ਨਿਰਾਸ਼ਾ ਹੋਈ ਸੀਗੀ ਤੇ ਲੱਗਦਾ ਸੀਗਾ ਵੀ ਕੈਪਟਨ ਸਾਹਿਬ ਕੁਝ ਕਰਨਗੇ, ਬਟ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ। ਤੇ ਉਸ ਤੋਂ ਇਲਾਵਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਰੁਜ਼ਗਾਰ ਨਹੀਂ ਮਿਲ ਰਿਹਾ ਹੈਗਾ। ਵੱਡੀਆਂ ਜਿਹੜੀਆਂ ਚੀਜ਼ਾਂ ਨੇ, ਮੇਜਰ ਚੀਜ਼ਾਂ ਹੈਗੀਆਂ ਨੇਗੀਆਂ ਜਿਨ੍ਹਾਂ ਵੱਲ ਸਰਕਾਰਾਂ ਦਾ ਧਿਆਨ ਹੋਣਾ ਚਾਹੀਦਾ ਹੈ। ਸਾਡਾ ਹੈਲਥ ਸਿਸਟਮ ਨਹੀਂ ਹੈਗਾ, ਇੱਕ ਵੀ ਨਵਾਂ ਹਸਪਤਾਲ ਇਹਨਾਂ ਨੇ ਬਣਾਇਆ, ਇੱਕ ਨਵਾਂ ਸਕੂਲ ਨਹੀਂ ਬਣਾਇਆ ਹੈਗਾ। ਕਿਉਂਕਿ ਜੇ ਸਾਡਾ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਚੰਗਾ ਹੋਊਗਾ ਤਾਂ ਮੈਨੂੰ ਲੱਗਦਾ ਵੀ 50% ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਸਕਦੀਆਂ, ਪ੍ਰੋਬਲਮਸ ਹੱਲ ਹੋ ਸਕਦੀਆਂ ਨੇਗੀਆਂ। ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ। ਕੈਪਟਨ ਸਾਹਿਬ ਜਿਹੜੇ ਨੇ 4.5 ਸਾਲ ਮਹਿਲਾਂ ਦੇ ਵਿੱਚ ਬੈਠੇ ਰਹੇ ਨੇ ਤੇ ਉਹ ਉੱਥੇ ਫੇਸਬੁੱਕਾਂ 'ਤੇ ਲਾਈਵ ਹੋ ਕੇ ਜਾਂ ਕੁਝ ਵੀ ਹੈ ਨਾ ਇੱਦਾਂ ਕੁਝ ਵੀ ਨਹੀਂ ਕੀਤਾ ਹੈਗਾ। ਮਤਲਬ ਚਲੋ ਅਫਸੋ ਸਾਰਾ ਕੁਝ ਹੀ ਬੰਦ ਹੈ ਜੀ, ਸਕੂਲ ਬੰਦ ਹੋਏ ਪਏ ਨੇ ਹੈਗੇ ਨੇਗੇ ਤੇ ਸਿੱਖਿਆ ਦਾ ਨਿੱਜੀਕਰਨ ਜਿਹੜਾ ਹੋਇਆ ਪਿਆ ਹੈਗਾ। ਜੇ ਸਿੱਖਿਆ ਦਾ ਨਿੱਜੀਕਰਨ ਨੂੰ ਨਹੀਂ ਰੋਕ ਰਹੇ ਇਹ, ਤੇ ਉਹ ਜੇ ਸਿੱਖਿਆ ਨਿੱਜੀਕਰਨ ਰੁਕੂਗਾ ਤਾਂ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉੱਠਣਗੀਆਂ ਤੇ ਉਹਦੇ ਨਾਲ ਰੁਜ਼ਗਾਰ ਵੀ ਮਿਲੂਗਾ। ਦੇਖੋ ਹੈ ਨਾ, ਹੁਣ ਅਸੀਂ ਹੈਗੇ ਆਂਗੇ SST ਟੀਚਰ ਹੈਗੇ ਆਂਗੇ B.Ed ਦੇ, ਸਾਡਾ ਟੈਟ ਪਾਸ ਹੈਗਾ। ਕਿੰਨੇ ਟਾਈਮ ਤੋਂ ਅਸੀਂ ਧਰਨੇ ਲਾ ਰਹੇ ਹਾਂ। ਪੰਜਾਬੀ ਇਹਨਾਂ ਨੇ ਬਿਲਕੁਲ ਖਤਮ ਕਰ ਦਿੱਤੀ ਹੈ ਸਕੂਲਾਂ ਦੇ ਵਿੱਚੋਂ। ਮਹਿਜ਼ ਜਿਹੜੀਆਂ ਨੇ ਪਿਛਲੇ ਜਿਹੜੇ ਸਮੇਂ ਦੇ ਵਿੱਚ ਨੇ 63 ਪੋਸਟਾਂ ਜਿਹੜੀਆਂ ਨੇ SST ਪੰਜਾਬੀ ਟੀਚਰਾਂ ਦੀਆਂ। ਦੇਖੋ ਕਿੱਡੀ ਸ਼ਰਮਨਾਕ ਗੱਲ ਹੈਗੀ। ਤੇ ਅਸੀਂ ਧਰਨੇ ਵੀ ਲਗਾਏ ਨੇ। ਜਿਹੜਾ ਕੈਪਟਨ ਸਾਹਿਬ ਦੇ ਮੋਤੀ ਮਹਿਲ ਵਾਲਾ ਜਿਹੜਾ ਉਹ ਚੌਂਕ ਹੈ, ਉਹਨੂੰ ਡੰਡਾ ਚੌਂਕ ਦਾ ਨਾਂ ਪੈ ਗਿਆ ਕਿਉਂਕਿ ਉੱਥੇ ਇੰਨੇ ਜ਼ਿਆਦਾ ਧਰਨੇ ਲੱਗੇ ਨੇ। ਅਸੀਂ ਉਹ ਹੰਢਾਏ ਹੋਏ ਨੇ, ਅਸੀਂ ਧਰਨਿਆਂ ਦੇ ਵਿੱਚ ਜਾਂਦੇ ਰਹੇ ਹਾਂ। ਇੱਥੇ ਯੂਨੀਵਰਸਿਟੀ ਦੇ ਵਿੱਚੋਂ ਅਸੀਂ 400 ਸਟੂਡੈਂਟ ਅਸੀਂ ਲੈ ਕੇ ਜਾਂਦੇ ਰਹੇ ਹਾਂ, ਉੱਥੇ ਧਰਨਿਆਂ ਦੇ ਉੱਤੇ ਇਕੱਠੇ ਹੋ ਕੇ ਜਾਂਦੇ ਰਹੇ ਹਾਂ, ਪਰ ਸਾਡੀ ਸੁਣਵਾਈ ਨਹੀਂ ਹੈਗੀ ਕਿਤੇ। ਤੇ ਅਸੀਂ ਇਹੀ ਚਾਹੁੰਦੇ ਹਾਂ ਮਤਲਬ ਕਿ ਕੈਪਟਨ ਸਾਹਿਬ ਮੁਸ਼ਕਿਲ ਹੈ ਹੁਣ ਤਾਂ ਬਿਲਕੁਲ ਵੀ, ਜਿਵੇਂ ਕਹਿ ਦਿੰਦੇ ਚੱਲੇ ਹੋਏ ਕਾਰਤੂਸ ਨੇ, ਉਹ ਹੁਣ ਕੁਝ ਨਹੀਂ ਉਹਨਾਂ ਦਾ ਫਿਊਚਰ ਹੈ ਨਹੀਂ, ਮੈਨੂੰ ਨਹੀਂ ਲੱਗਦਾ ਹੈਗਾ। ਤੇ ਉਹਨਾਂ ਤੋਂ ਬਾਅਦ CM ਚੰਨੀ ਦੀ ਸਰਕਾਰ ਆਈ ਹੈ ਤੇ ਉਹਨਾਂ ਦਾ ਜੋ ਉਹਨਾਂ ਨੇ ਕੰਮ ਕੀਤਾ, ਉਹਨਾਂ ਦਾ ਕਾਰਜਕਾਲ ਰਿਹਾ 3 ਮਹੀਨੇ ਦਾ, ਉਹ ਤੋਂ ਤੁਸੀਂ ਸੈਟੀਸਫਾਈਡ ਹੋ? ਦੇਖੋ ਅਸੀਂ ਜਿਹੜਾ ਇੱਕ CM ਇੱਕ ਸਰਕਾਰ ਚੁਣਦੇ ਉਹ 5 ਸਾਲਾਂ ਵਾਸਤੇ ਚੁਣਦੇ ਹੈਗੇ ਆ, ਠੀਕ ਹੈ। ਤੇ 5 ਸਾਲ ਇਹਨਾਂ ਨੇ 4.5 ਸਾਲ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ। ਤੇ ਆਖਰ ਦੇ ਉੱਤੇ ਆ ਕੇ ਜਦੋਂ ਕੈਪਟਨ ਦੀ ਜਾਂ ਕਾਂਗਰਸ ਦੀ ਜਿਹੜੀ ਇਮੇਜ ਬਿਲਕੁਲ ਡਾਊਨ ਹੋ ਗਈ ਸੀ ਤਾਂ ਉਹਨਾਂ ਨੇ ਇੱਕ ਪੱਤਾ ਖੇਡਿਆ ਵੀ CM ਚੰਨੀ ਨੂੰ CM ਲਾ ਦਿੱਤਾ ਉਹਨਾਂ ਨੇ। ਤੇ ਪੰਜਾਬ ਦੀ ਜਿਹੜੇ ਲੋਕ ਨੇ ਉਹ ਇੰਨੇ ਕੁ ਸੁਹਿਰਦ ਹੋ ਚੁੱਕੇ ਨੇਗੇ, ਮੈਨੂੰ ਲੱਗਦਾ ਹੈਗਾ ਕਿ ਉਹ ਤੁਹਾਡਾ ਸਾਡੇ ਮਤਲਬ ਕਿ 110 ਦਿਨਾਂ ਦਾ ਕਾਰਜਕਾਲ ਨਹੀਂ ਦੇਖਣਗੇ। ਉਹ ਅਸੀਂ ਤੁਹਾਨੂੰ ਪੂਰੇ 5 ਸਾਲ ਵਾਸਤੇ CM ਬਣਾਇਆ, ਤੁਹਾਡੀ ਸਰਕਾਰ ਬਣਾਈ ਹੈ। ਉਹ ਕਾਂਗਰਸ ਹੁਣ ਕੀ ਕਰ ਰਹੀ ਹੈ ਜਾਂ ਚੰਨੀ ਵਰਗੇ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਵੀ ਅਸੀਂ ਆਹ ਕੀਤਾ ਜੀ, ਅਸੀਂ ਆਹ ਕੀਤਾ ਸਿਰਫ 3 ਕੁ ਮਹੀਨਿਆਂ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਹੈਗਾ ਵੀ ਇੱਦਾਂ ਦਾ ਕੁਝ ਹੈਗਾ। ਅਗਰ ਇਹਨਾਂ ਦੇ ਕੰਮ ਨੂੰ ਦੇਖ ਕੇ ਤੁਸੀਂ ਇਹਨਾਂ ਨੂੰ ਮਾਰਕਿੰਗ ਦੇਣੀ ਹੈ ਤਾਂ ਕਿੰਨੇ ਕੁ ਨੰਬਰ, ਕਿੰਨੇ ਪੁਆਇੰਟਸ ਦੇਣਾ ਚਾਹੋਗੇ? ਬਿਲਕੁਲ ਵੀ ਨਹੀਂ ਦੇਣਾ ਚਾਹੁੰਦੇ ਅਸੀਂ, ਇਹਨਾਂ ਦਾ ਨਾਂ ਵੀ ਨਹੀਂ ਲੈਣਾ ਚਾਹੁੰਦੇ ਜੀ। ਤੁਸੀਂ ਪੁਆਇੰਟ ਦੀ ਗੱਲ ਕਰ ਰਹੇ ਹੋ। ਕੈਪਟਨ ਸਾਹਿਬ ਤਾਂ ਬਸ ਹੁਣ ਮਤਲਬ ਕਿ ਉਹ ਘਰੇ ਬੈਠ ਜਾਣ, ਮੈਨੂੰ ਤਾਂ ਲੱਗਦਾ ਹੈਗਾ ਉਹਨਾਂ ਦਾ ਕੋਈ ਫਿਊਚਰ ਨਹੀਂ ਹੈਗਾ। ਤੇ ਚੰਨੀ ਸਾਹਿਬ ਨੇ ਵੀ ਕੁਝ ਨਹੀਂ ਕੀਤਾ। ਯੂਨੀਵਰਸਿਟੀ ਦੇ ਵਿੱਚ ਆਏ ਸੀਗੇ ਇੱਥੇ ਤੇ ਮਤਲਬ ਕਿ ਯੂਨੀਵਰਸਿਟੀ ਜਿਹੜਾ ਕਰਜ਼ਾ ਕਿਹਾ ਸੀ ਸਰਕਾਰ ਆਪਣੇ ਸਿਰ 'ਤੇ ਲੈਂਦੀ, ਮੈਨੂੰ ਲੱਗਦਾ ਕੁਝ ਵੀ ਨਹੀਂ ਹੋਇਆ ਹੈਗਾ। ਉਹ ਸਿਰਫ ਐਲਾਨ ਕੀਤਾ ਹੈਗਾ, ਐਲਾਨਾਂ ਤੇ ਹੁਣ ਲੋਕ ਸੁਹਿਰਦ ਹੋ ਗਏ ਨੇ। ਮੈਨੂੰ ਲੱਗਦਾ ਵੀ ਜਦੋਂ ਦੇ ਭਗਵੰਤ ਮਾਨ ਸਾਹਿਬ ਨੇ ਰਾਜਨੀਤੀ ਜੁਆਇਨ ਕੀਤੀ ਹੈ ਤਾਂ ਲੋਕਾਂ ਦਾ ਜਿਹੜਾ ਨਜ਼ਰੀਆ ਰਾਜਨੀਤੀ ਪ੍ਰਤੀ ਥੋੜ੍ਹਾ ਜਿਹਾ ਬਦਲਿਆ। ਭਗਵੰਤ ਮਾਨ ਸਾਹਿਬ ਨੇ ਗਰਾਊਂਡ ਰਿਐਲਿਟੀ ਲੈ ਕੇ ਆਂਦੀ ਹੈ ਵੀ ਕੀ ਚੀਜ਼ ਹੈਗੀ ਭਾਵੇਂ ਕੁਝ ਵੀ ਹੈ। ਇਸ ਦੇ ਮਤਲਬ ਕਿ ਉਹ ਹੱਕਦਾਰ ਨੇ, ਕ੍ਰੈਡਿਟ ਲੈ ਰਹੇ ਨੇ, ਦੇਣਾ ਵੀ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਇੱਕ ਬਦਲਾਵ ਲੈ ਕੇ ਆਂਦਾ ਰਾਜਨੀਤੀ ਦੇ ਵਿੱਚ। ਦੇਖੋ ਜੀ, ਕੈਪਟਨ ਸਾਹਿਬ ਨੇ ਅੱਜ ਤੋਂ 5 ਸਾਲ ਪਹਿਲਾਂ ਕਿਹਾ ਸੀ ਕਿ ਵੀ ਲਾਸਟ ਇਲੈਕਸ਼ਨ ਹੋਣਗੇ ਕਿ ਲਾਸਟ ਮੌਕਾ ਦੇ ਦਿਓ। ਕੈਪਟਨ ਨੇ ਬੜੇ ਵਾਅਦੇ ਕੀਤੇ, ਲੋਕਾਂ ਨੇ ਕੈਪਟਨ ਨੇ ਵਿਸ਼ਵਾਸ ਕਰਕੇ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਦਿਵਾਇਆ। ਪਰ ਜੋ ਕੈਪਟਨ ਨੇ ਕੀਤਾ ਹੈ ਪੰਜਾਬ 'ਚ, ਤਾਂ ਕੈਪਟਨ ਨੇ ਕੁਝ ਵਾਅਦੇ ਕੀਤੇ ਸੀ ਵੀ ਲੋਕਾਂ ਘਰ ਰੁਜ਼ਗਾਰ ਦੇਵਾਂ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ, ਰੁਜ਼ਗਾਰ ਸਭ ਖੋਇਆ ਗਿਆ ਲੋਕਾਂ ਦਾ। ਤੇ ਬਾਕੀ ਹੋਰ ਵਾਅਦੇ ਸੀ ਵੀ ਕਿਸਾਨਾਂ ਕਰਜ਼ੇ ਮਾਫ ਕਰੂੰਗਾ, ਨਾ ਮਤ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਨੇ, ਕੋਈ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ ਹੈਗਾ। ਤੇ ਤੁਹਾਨੂੰ ਕੀ ਲੱਗ ਰਿਹਾ ਕੈਪਟਨ ਤੋਂ ਬਾਅਦ ਜਿੱਦਾਂ CM ਚੰਨੀ ਦੇ ਹੱਥ ਸਰਕਾਰ ਆਈ, ਸੱਤਾ ਹੀ ਕਾਂਗਰਸ ਨੇ ਉਹਨਾਂ ਨੂੰ CM ਬਣਾ ਦਿੱਤਾ ਗਿਆ ਤੇ ਉਹਨਾਂ ਨੇ ਜਿਹੜਾ 3 ਮਹੀਨੇ ਕੰਮ ਕੀਤਾ, ਉਹਨਾਂ ਦੇ ਕੰਮ ਤੋਂ ਸੈਟੀਸਫਾਈਡ ਹੋ? ਦੇਖੋ ਜੀ, ਚੰਨੀ ਐਲਾਨ ਹੀ ਕੀਤੇ ਨੇ, ਵਾਅਦਾ ਇੱਕ ਵੀ ਨਹੀਂ ਚੰਨੀ ਨੇ ਪੂਰਾ ਹੋਇਆ ਹੈਗਾ ਕਿਉਂਕਿ ਜਿੰਨਾ ਪੰਜਾਬ 'ਚ ਕਰਜ਼ਾ ਹੈ ਲਗਭਗ 3.25 ਲੱਖ ਕਰੋੜ ਰੁਪਇਆ, ਇਹ ਸਾਰੀ ਪਾਰਟੀਆਂ ਦਾ ਮਲੀ ਭੁਗਤਣ ਨਾਲ ਹੋਇਆ ਹੈ। ਇੰਨੇ ਕਰਜ਼ੇ 'ਚ ਕੋਈ ਪਾਰਟੀ ਕੰਮ ਨਹੀਂ ਕਰ ਸਕੀ ਸਿਸਟਮ 'ਚ ਕਿਉਂਕਿ ਜਿੰਨੇ ਪੰਜਾਬ ਦੇ ਕਮਾਈ ਦੇ ਸਾਧਨ ਨੇ ਉਹ ਸਭ ਚੱਕ ਕੇ ਨਾ ਕਾਰਪੋਰੇਟ ਘਰਾਣਿਆਂ ਨੂੰ ਦੇਤੇ। ਜੋ ਘਾਟੇ ਦੇ ਸਾਥ ਚੀਜ਼ਾਂ ਨੇ ਉਹ ਪੰਜਾਬ ਸਰਕਾਰ ਕੋਲ ਹੈਗੀਆਂ ਨੇ। ਸਟੇਟ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਐਜੂਕੇਸ਼ਨ ਤੇ ਹੈਲਥ ਫਰੀ ਦੇਣੀ।
ਮਿਨੀਮਮ ਰੇਟ ਦੇਣਾ। ਪਰ ਪੰਜਾਬ ਸਰਕਾਰ ਦਾ ਕੀ ਹੋ ਚੁੱਕਿਆ, ਬਾਕੀ ਸਰਕਾਰਾਂ ਕੰਮ ਮੁਤਾਬਕ ਇਹਨਾਂ ਨੇ ਵੀ ਐਜੂਕੇਸ਼ਨ ਤੇ ਹੈਲਥ ਨੂੰ ਇੱਕ ਬਿਜ਼ਨਸ ਬਣਾ ਲਿਆ ਇਹਨਾਂ ਲੋਕਾਂ ਨੇ। ਤੁਸੀਂ ਇਹਨਾਂ ਸਰਕਾਰਾਂ ਦੇ ਕੰਮ ਦੇਖ ਲਏ, ਕਾਂਗਰਸ ਦਾ ਦੇਖ ਲਿਆ, ਕੈਪਟਨ ਦਾ ਦੇਖ ਲਿਆ, ਸੀਐਮ ਚੰਨੀ ਦਾ ਦੇਖ ਲਿਆ, ਜੇ ਇਹਨਾਂ ਨੂੰ ਮਾਰਕਿੰਗ ਦੇਣੀ 10 ਦੇ ਵਿੱਚੋਂ ਕਿੰਨੇ ਨੰਬਰ ਦੋਗੇ? ਇਹ ਤਾਂ ਜੀ 0 ਤੋਂ ਮਿੰਟ 'ਚ ਚਲੇ ਜਾਣਗੇ। ਜੋ ਸਾਡੇ ਕੋਲ ਸੀ ਇਹਨਾਂ ਨਵਾਂ ਦਾ ਕੀ ਦੇਣਾ, ਜੋ ਸੀ ਪੰਜਾਬ ਕੋਲ ਉਹ ਵੀ ਸਾਹਮਣੇ ਹੈਗਾ। ਸੋ ਬੈਕ ਲੈ ਕੇ ਪੰਜਾਬ ਨੂੰ ਕਰਜ਼ਾ ਦਿੱਤਾ ਪੰਜਾਬ 'ਚ ਇਹਨਾਂ ਨੂੰ ਆ ਕੇ। ਕਰਜ਼ਾ ਕਦੋਂ ਪੰਜਾਬ 'ਚ ਵਧਣਾ ਸ਼ੁਰੂ ਹੋਇਆ ਜਦੋਂ ਪੰਜਾਬ 'ਚ ਖਾੜਕੂਬਾਦ ਦਾ ਦੌਰ ਸੀ। ਉਹ ਇੰਨਾ ਕਰਜ਼ਾ ਨਹੀਂ ਸੀ, ਖਾੜਕੂਬਾਦ ਨੂੰ ਬਦਨਾਮ ਕਰਕੇ ਮਤਲਬ ਕਰਜ਼ਾ ਕਹਿੰਦੇ ਵੀ ਤਾਂ ਵਧੇ ਜਾ ਕੇ ਸਰਕਾਰ ਦੀ ਗਲਤ ਨੀਤੀਆਂ ਨੇ 1991 ਤੋਂ ਬਾਅਦ ਪੰਜਾਬ 'ਚ ਕਰਜ਼ਾ ਵਧਣਾ शुरू होया। मुझे लगता है कैप्टन जी जिस विचारधारा के साथ थे वो कांग्रेस पार्टी थी। कांग्रेस पार्टी की से अलग होने के बाद वो अपनी एक कहते हैं ना कि अपना फ़ायदा देखकर चले गए, तो लोग मुझे लगता है उस विचारधारा के साथ ज़्यादा सपोर्ट करेंगे बजाय कैप्टन सर के साथ जाने से। तो मुझे लगता है कि लोग कांग्रेस को सपोर्ट करेंगे कैप्टन जी के साथ जाने के अलावा। कैप्टन अमरिंदर की जो 4.5 साल उन्होंने कार्यकाल रहा, काम किया, आप उनके काम से खुश हो? हाँ बिल्कुल, उस समय जब वो यहाँ पर थे कांग्रेस पार्टी के साथ जब वो थे तो वो बहुत अच्छा काम कर रहे थे और ये पार्टी थी और लोग चाहते हैं जैसे चन्नी साहब अब आए हैं तो बहुत अच्छे तरीके से लोगों ने देखा है, यूथ्स ने देखा है कि किस तरीके से कितनी जल्दी भर्तियाँ हो रही हैं, कितनी जल्दी से सब चीज़ें हो रही हैं। द यूथ वॉन्ट दैट नीड और तो यूथ तो उन्हीं को ही सपोर्ट करेगा, चन्नी साहब को, कांग्रेस पार्टी को। आपने कहा कि बहुत सारी भर्ती हो रही है, मगर बहुत सारे लोगों ने कहा है, अभी मैंने और लोगों से भी बात की है तो उन्होंने कहा सिर्फ पेपर्स हुए, एग्ज़ाम हुए, उसका कुछ रिजल्ट नहीं आया, तो उस चीज़ पे क्या कहना है? इट्स अ प्रोसेस, इट टेक्स टाइम। ये तो अच्छा है कि पेपर हुए हैं क्योंकि बहुत सारे आप दिल्ली में देखो जहाँ पे अब यहाँ पे आम आदमी पार्टी आने की कह रही है, दिल्ली में तो पेपर भी बहुत रेगुलरली नहीं होते। इवन पेपर हुए हैं, इट्स अ प्रोसेस, इट टेक्स टाइम। पेपर हुए हैं देन द रिज़ल्ट विल टेक, क्योंकि आप इतने सारे लाखों लोगों का पेपर एक साथ लेते हो, इट्स नॉट कि 10-20 लोगों का ही पेपर है और आपको अगले दिन या एक हफ्ते में रिज़ल्ट मिल जाए। जब इतने लाखों की संख्या में लोग पेपर देंगे तो ऑब्वियस सी बात है कि रिज़ल्ट आने में भी समय लगेगा और ये वही प्रोसेस है कि रिज़ल्ट आने में और उनकी ज्वाइनिंग होने में समय लग रहा है, डेट्स वाई कि इसमें टाइम लगेगा। कैप्टन के बाद सत्ता सारी सीएम चन्नी के हाथ में आ गई, उन्होंने मतलब 3-3.5 महीने काम किया है, आप उनके काम से सेटिस्फाइड हो? चन्नी साहब के जी हाँ, जिस हिसाब से वो अभी इस पेस से काम कर रहे हैं तो लोग चाहेंगे कि अगर वो इसी पेस से अगर काम करते रहें तो लोग उनको ज़रूर चुनेंगे। अगर दोनों को मार्किंग देनी हो 10 में से कितने नंबर दोगे? हाँ, मैं तो कहूँगी कि कैप्टन साहब रेस में ही कब है, रेस में ही तब थे जब वो कांग्रेस में थे। अभी तो रेस ही नहीं है उनकी, अभी तो वो आउट ऑफ द रेस चले गए। तो मार्किंग तो तब होगी जब वो खुद से अपने इंडिपेंडेंट कुछ करेंगे। तो मार्किंग का तो मुझे तो लगता है कैप्टन सर का कोई मार्किंग स्कीम में उनको लाना या उनको रखना भी गलत होगा। तो मुझे तो नहीं लगता कि मैं उनको कोई नंबर दूँ। और सीएम चन्नी को तो अगर आप देने ही हैं तो मैं 10 में से 8 नंबर दूँगी। ਦੇਖੋ ਜੀ, ਪਹਿਲੀ ਵਾਰ ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਪਿਛਲੀ ਵਾਰੀ ਉਹਨੇ ਕਹਿ ਦਿੱਤਾ ਸੀਗਾ ਵੀ ਮੇਰੀ ਲਾਸਟ ਚੋਣ ਆ, ਪੰਜਾਬ ਦੇ ਲੋਕਾਂ ਨੂੰ ਵੀ ਮੇਰੀ ਇੱਕ ਬੇਨਤੀ ਆ ਵੀ ਮੈਨੂੰ ਲਾਸਟ ਮੌਕਾ ਦੇ ਦਿਓ। ਉਹ ਮੌਕਾ ਪੰਜਾਬ ਦੇ ਲੋਕਾਂ ਨੇ ਉਹਨੂੰ ਦਿੱਤਾ, ਮੈਜੋਰਿਟੀ ਦੇ ਵਿੱਚ ਕਾਂਗਰਸ ਪਾਰਟੀ ਆਈ ਤੇ ਉਹੀ ਕਾਂਗਰਸ ਪਾਰਟੀ ਨੇ ਅੱਜ ਉਹਨਾਂ ਦੇ ਕਾਰਜਗੁਜ਼ਾਰੀਆਂ ਨੇ ਜਿਹੜੀਆਂ ਉਹਦੇ ਕਰਕੇ ਬਾਹਰ ਕਰੇ, ਕਿਉਂਕਿ ਉਹ ਬੀਜੇਪੀ ਪ੍ਰਤੀ ਇੱਕ ਸੌਫਟ ਜਿਹੜਾ ਆਪਦਾ ਉਹ ਰੱਖਦੇ ਸੀਗੇ ਹੈ ਨਾ। ਉਹ ਹੁਣ ਜਿਹੜਾ ਉਸ ਤੋਂ ਬਾਅਦ ਆ ਕਿਸਾਨ ਅੰਦੋਲਨ ਦੇ ਵਿੱਚ ਚਾਹੇ ਸੰਯੁਕਤ ਅਕਾਲੀ ਦਲ ਸੰਯੁਕਤ ਹੋਵੇ, ਉਹ ਵੀ ਸਾਈਡ ਤੇ ਬੈਠੀ ਸੀਗੀ, ਪਰ ਜਿਵੇਂ ਹੀ ਕਿਸਾਨ ਅੰਦੋਲਨ ਨਿਬੜਿਆ ਤਾਂ ਸਾਰਿਆਂ ਦੇ ਚਿਹਰੇ ਹੌਲੀ ਸਾਫ਼ ਹੋ ਗਏ। ਕੈਪਟਨ ਸਾਹਿਬ ਨੂੰ ਜਿਹੜਾ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਸੂਝਵਾਨ ਲੋਕ ਨੇ ਉਹ ਕਹਿ ਰਹੇ ਸੀਗੇ ਵੀ ਪ੍ਰੋ ਬੀਜੇਪੀ ਆ, ਤਾਂ ਉਹ ਖੁੱਲ੍ਹ ਕੇ ਸਾਹਮਣੇ ਆ ਗਿਆ। ਹੁਣ ਆਮ ਬੋਰਡ ਲੱਗੇ ਪਏ ਨੇ ਕਿਉਂਕਿ ਉਹ ਕੋਲੀਸ਼ਨ ਜਿਹਦੇ ਵਿੱਚ ਬੀਜੇਪੀ ਨਾਲ ਜਿਹੜੇ ਲੜ ਰਹੇ ਨੇ। ਤਾਂ ਇੱਥੇ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬ ਦੇ ਲੋਕ ਚੋਣਾਂ 'ਚ ਲੜਨ ਦਾ ਤਾਂ ਇੱਕ ਅਲੱਗ ਗੱਲ ਆ, ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਗਦਾਰੀ ਕਰੀ ਆ। ਗਦਾਰੀ ਕਿਉਂ ਕਰੀ ਆ? 750 ਲੋਕ ਜਿਹੜੇ ਸਾਡੇ ਸ਼ਹੀਦ ਹੋਏ ਨੇ ਉੱਥੇ ਕਿਸਾਨ ਅੰਦੋਲਨ ਦੇ ਵਿੱਚ, ਉਹਨਾਂ ਨਾਲ ਗਦਾਰੀ ਹੈ। ਬੀਜੇਪੀ ਨਾਲ ਉਹਨਾਂ ਨੇ ਇੱਥੇ ਜਿਹੜਾ ਹੈਗਾ ਆ ਗਠਬੰਧਨ ਦੇ ਵਿੱਚ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਪੈਰ ਪਸਾਰਨ ਦੇ ਵਿੱਚ ਪੰਜਾਬ ਦੇ ਵਿੱਚ ਉਹ ਉਹਨਾਂ ਦੀ ਸਹਾਇਤਾ ਕਰ ਰਹੇ। ਦੂਸਰੀ ਗੱਲ, ਜੇ ਆਪਾਂ ਉਹਨਾਂ ਦੇ ਚੋਣ ਮੈਨੀਫੈਸਟੋ 'ਤੇ ਆ ਜਾਓ, ਚਾਹੇ ਚੋਣ ਮੈਨੀਫੈਸਟੋ ਦਾ ਪੰਜਾਬ ਮਾਡਲ ਤਾਂ ਕਿਸੇ ਕੋਲ ਹੈ ਨਹੀਂ। ਇੱਥੇ ਮਤਲਬ ਕਿ ਜੇ ਨਾ ਪਾਣੀਆਂ ਦੀ ਗੱਲ ਕਰ ਰਿਹਾ, ਨਾ ਇੱਥੇ ਕੋਈ ਨਸ਼ੇ ਦੀ ਗੱਲ ਕਰ ਰਿਹਾ। ਸਭ ਤੋਂ ਵੱਡੀ ਗੱਲ ਹੈ ਐਜੂਕੇਸ਼ਨ ਦੀ। ਐਜੂਕੇਸ਼ਨ ਜੇ ਹੋਊਗੀ, ਐਜੂਕੇਸ਼ਨ ਤੋਂ ਬਾਅਦ ਆ ਜਿਹੜਾ ਆਪਣਾ ਰੁਜ਼ਗਾਰ ਦੀ ਕੋਈ ਗੱਲ ਨਹੀਂ ਕਰ ਰਿਹਾ, ਕਿੰਨਾ ਕੁ ਰੁਜ਼ਗਾਰ ਮਿਲ ਗਿਆ। ਜਾਂ ਕਾਂਗਰਸ ਗੌਰਨਮੈਂਟ ਦੇ ਵੇਲੇ ਦੇਖ ਲਓ ਜਾਂ ਕੈਪਟਨ ਸਾਹਿਬ ਦੇ ਵੇਲੇ ਦੇਖ ਲਓ, 4.5 ਸਾਲ ਰਹੇ ਨੇ ਵੀ ਕਿੰਨੀਆਂ ਕੁ ਭਰਤੀਆਂ ਹੋ ਗਈਆਂ।
ਠੀਕ ਆ। ਕੋਈ ਭਰਤੀ ਪੂਰਨ ਜਿਹੜੀ ਪੰਜਾਬੀ ਯੂਨੀਵਰਸਿਟੀ ਆ, ਅਸੀਂ ਇੱਕ ਮਾਰਚ ਵੀ ਕਰਿਆ ਸੀਗਾ ਅਪ੍ਰੈਲ ਦੇ ਵਿੱਚ ਪਟਿਆਲੇ ਦੇ ਵਿੱਚ ਕੈਪਟਨ ਦੇ ਘਰ ਵੱਲ ਨੂੰ, ਵੀ ਪੰਜਾਬੀ ਯੂਨੀਵਰਸਿਟੀ ਆ ਜਿਹੜੀ ਬਹੁਤ ਡੂੰਘੀ ਖਾਈ ਦੇ ਵਿੱਚ ਗਿਰ ਗਈ, 150 ਕਰੋੜ ਦੇ ਘਾਟੇ ਵਿੱਚ ਸੀਗੀ, ਤੇ ਇਹਨੂੰ ਜਿਹੜੀ ਫੰਡਿੰਗ ਆ ਬਹੁਤ ਘੱਟ ਹੋ ਰਹੀ ਸੀਗੀ, ਇੱਥੇ ਜਿਹੜੇ ਹੈਗਾ ਸਟਾਫ ਘੱਟ ਆ, ਮਤਲਬ ਕਿ ਹਰੇਕ ਤਰ੍ਹਾਂ ਦੀਆਂ ਬਹੁਤ ਵੱਡੀਆਂ ਪ੍ਰੋਬਲਮਾਂ ਨੇ। ਪੰਜਾਬੀ ਯੂਨੀਵਰਸਿਟੀ ਮਾਲਵੇ ਦੀ ਹੱਬ ਆ ਇਹ, ਹਨਾ, ਮਾਲਵੇ ਸਾਰੇ ਜਿਹੜੇ ਸਟੂਡੈਂਟ ਨੇ ਇੱਥੇ ਪੜ੍ਹਨ ਆਉਂਦੇ ਨੇ, ਇਹਦੇ ਵਾਸਤੇ ਕੀ ਕਰਤਾ ਉਹਨਾਂ ਨੇ? ਕੁਝ ਨਹੀਂ ਕਰਿਆ ਹੈ, ਕੁਝ ਨਹੀਂ ਸੁਣਿਆ ਹੈਗਾ। ਇਹ ਜਿਹੜੀਆਂ ਪ੍ਰੋਬਲਮਾਂ ਯੂਥ ਦੀਆਂ ਹੈਗੀਆਂ ਨੇ। ਦੂਸਰਾ ਜਿਹੜਾ ਹੈਗਾ ਬਾਰ-ਬਾਰ ਜਿਹੜੀ ਗੱਲ ਇੱਕ ਆਉਂਦੀ ਵੀ ਲੋਕ ਜਿਹੜੇ ਪੰਜਾਬ ਦੀ ਜਵਾਨੀ ਹੈ, ਇੱਕ ਯੂਥ ਆ +2 ਕਰਕੇ ਕੈਨੇਡਾ ਅਮਰੀਕਾ ਜਾ ਰਹੇ ਨੇ ਸਾਰੇ, ਉਹਦੇ ਬਾਰੇ ਕੀ ਮਾਡਲ ਆ? ਇਹ ਇਕੱਲਾ ਕੈਪਟਨ ਸਾਹਿਬ ਤੇ ਨਹੀਂ ਢੁਕਦਾ, ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਪਾਰਟੀਆਂ ਨੇ ਉਹਨਾਂ ਦੇ ਢੁਕਦਾ ਹੈ। ਕੀ ਮਾਡਲ ਆ? ਯੂਥ ਨੂੰ ਉਹ ਕਿਵੇਂ ਰੋਕਣਗੇ ਪੰਜਾਬ ਤੋਂ? ਠੀਕ ਆ। ਜਿਹੜਾ ਇੱਧਰਲੇ ਮਾਲਵੇ ਦੇ ਕਈ ਜ਼ਿਲ੍ਹੇ ਨੇ, ਮਾਨਸਾ ਹੋ ਗਿਆ, ਹੋਰ ਆ, ਕੈਂਸਰ ਟ੍ਰੇਨ ਕਿਹਾ ਜਾਂਦਾ ਉਹਨਾਂ ਨੂੰ, ਕੈਂਸਰ ਦੇ ਏਰੀਏ ਨੇ, ਉਹਨਾਂ ਵਾਸਤੇ ਕੀ ਉਹ ਆ? ਖੁਦਕੁਸ਼ੀਆਂ ਹੋ ਰਹੀਆਂ ਨੇ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ। ਇਹ ਮਤਲਬ ਕਿ ਇਹ ਚੀਜ਼ਾਂ ਦਾ ਕਿਸੇ ਕੋਲ ਜਵਾਬ ਨਹੀਂ ਹੈਗਾ, ਸਾਰਾ ਇੱਥੇ ਫ੍ਰੀ ਵੰਡਣ ਦੇ ਲੱਗੇ ਹੋਏ ਨੇ। ਪਹਿਲਾਂ ਵੀ ਇਹੀ ਸੀ, ਹੁਣ ਵੀ ਇਹੀ ਸੀ। ਕੈਪਟਨ ਸਾਹਿਬ ਹੁਣ ਕਿਹੜਾ ਮੂੰਹ ਲੈ ਕੇ ਆਉਣਗੇ ਪਟਿਆਲੇ ਦੇ ਵਿੱਚ? ਕੀ ਕਹਿਣਗੇ ਮੈਂ ਕੀ ਕਰਿਆ? ਕੁਛ ਤਾਂ ਗਣਾਉਣਗੇ ਜੀ, ਕੋਈ ਮਾਡਲ ਤਾਂ ਹੋਵੇ ਲੋਕਾਂ ਦਾ। ਇਸ ਗੱਲ ਕਰਕੇ ਮਤਲਬ ਕਿ ਉਹ ਤਾਂ ਪਿਛਲੀ ਵਾਰ ਇੱਕ ਕਹਿ ਗਏ ਸੀਗੇ ਵੀ ਹਾਂ ਵੀ ਮੈਨੂੰ ਲਾਸਟ ਚਾਂਸ ਦਿਓ, ਲੋਕਾਂ ਨੇ ਦਿੱਤਾ, ਤੇ ਉਹਦੇ ਵਿੱਚ ਕੀ ਕਰਿਆ ਉਹ ਪੰਜਾਬ ਦੇ ਲੋਕਾਂ ਨੂੰ ਦਿਖ ਰਿਹਾ ਹੈ, ਤੇ ਹੁਣ ਉਹ ਕੀ ਕਰ ਰਹੇ ਨੇ ਉਹ ਵੀ ਲੋਕਾਂ ਨੂੰ ਦਿਖ ਰਿਹਾ। ਇਹਦੇ ਬਾਰੇ ਮਤਲਬ ਕਿ ਬਹੁਤਾ ਉਹ ਕਰਨ ਦੀ ਲੋੜ ਨਹੀਂ ਹੈਗੀ। ਉਹ ਉਹਨਾਂ ਦੇ ਇੱਕ ਮਤਲਬ ਕਿ ਕਿਸੇ ਦੇ ਕੰਮਾਂ ਤੋਂ ਸਾਰਾ ਕੁਝ ਆਪਾਂ ਨੂੰ ਦਿਖ ਜਾਂਦਾ ਹੁੰਦਾ ਆ। ਉਹ ਕੰਮ ਹੋਏ ਨਹੀਂ ਹੈਗੇ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਕਿੰਨੇ ਕੁ ਸਰਕਾਰੀ ਕਾਲਜ ਨਵੇਂ ਖੁੱਲ੍ਹ ਗਏ, ਹੈ ਨਾ? ਕਿੰਨੀਆਂ ਮਤਲਬ ਕਿ ਪੰਜਾਬ ਦੇ ਵਿੱਚ ਟੋਟਲ 47 ਕਾਲਜ ਨੇ ਜੀ। ਤੇ ਹੁਣ ਇਹਨਾਂ ਨੇ ਕਿਹਾ ਸੀਗਾ ਆਪਣੇ ਮੈਨੀਫੈਸਟੋ ਦੇ ਵਿੱਚ, ਜੇ ਇੱਥੇ ਮੈਂ ਗਲਤ ਨਾ ਹੋਵਾਂ, 50 ਕਾਲਜ ਕਿਹਾ ਸੀਗਾ। ਕਿੱਥੇ ਖੁੱਲ੍ਹ ਗਏ 50 ਕਾਲਜ ਪੰਜਾਬ ਦੇ ਵਿੱਚ? ਜੇ 50 ਕਾਲਜ ਦੇ ਵਿੱਚੋਂ ਕੁਛ ਕੁ ਕਹਿੰਦੇ ਨੇ ਇਹ ਖੁੱਲ੍ਹੇ ਨੇ, ਕਿਹੜੀ ਭਰਤੀ ਕਰ ਲਈ ਇਹਨਾਂ ਨੇ ਪੱਕੀ ਉੱਥੇ? ਕੁਛ ਵੀ ਨਹੀਂ ਹੈਗਾ। ਪੰਜਾਬ ਦੀ ਐਜੂਕੇਸ਼ਨ ਦੀ ਫੰਡਿੰਗ ਕੀ ਆ? ਕੁਛ ਵੀ ਨਹੀਂ ਹੈਗੀ। ਇਹ ਜਾਣੀ ਇੱਕ ਸਵਾਲ ਨੇ ਵੀ 4.5 ਸਾਲ ਕੈਪਟਨ ਇੱਥੇ ਰਿਹਾ, ਕਰਿਆ ਕੀ ਆ ਉਹਨਾਂ ਨੇ? ਕੁਛ ਵੀ ਨਹੀਂ ਕਰਿਆ। ਤੇ ਜਿਹੜੇ 4.5 ਸਾਲ ਉਹਨਾਂ ਨੇ ਰਹੇ ਆ, ਅਗਰ ਉਹਨਾਂ ਦਾ ਉਹ ਕੰਮ ਦੇਖ ਕੇ ਜੋ ਵੀ ਥੋੜਾ ਬਹੁਤਾ ਵੀ ਕੀਤਾ ਹੋਏ, ਉਹਨੂੰ ਦੇਖ ਕੇ ਅਗਰ ਤੁਸੀਂ ਮਾਰਕਿੰਗ ਦੇਣੀ ਹੈ ਤਾਂ ਦੱਸ ਦਿਓ ਕਿੰਨੇ ਨੰਬਰ ਦੇਣਾ ਚਾਹੋਗੇ ਉਹਨਾਂ ਨੂੰ? ਦੇਖੋ ਜੀ, ਨੰਬਰ ਤਾਂ ਮੈਂ ਮਤਲਬ ਕਿ ਸਾਡੀਆਂ ਜਿਹੜੀਆਂ ਇੱਥੇ ਬੇਸਿਕ ਪ੍ਰੋਬਲਮਾਂ ਨੇ, ਠੀਕ ਆ, ਮੈਂ ਇੱਕ PhD ਦਾ ਸਟੂਡੈਂਟ ਆ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਸਾਡੇ ਯੂਨੀਵਰਸਿਟੀ ਨੂੰ ਅਸੀਂ ਬਾਰ-ਬਾਰ ਉੱਥੇ ਗਏ, ਇੱਥੇ ਮਤਲਬ ਇਕੱਲੇ ਸਟੂਡੈਂਟ ਨਹੀਂ, ਪ੍ਰੋਫੈਸਰ, ਟੀਚਿੰਗ, ਨਾਨ ਟੀਚਿੰਗ ਸਾਰੇ ਇਕੱਠੇ ਹੋ ਕੇ ਬਾਰ-ਬਾਰ ਇੱਥੇ ਖਜ਼ਾਨਾ ਮੰਤਰੀ ਨੂੰ, ਕੈਪਟਨ ਸਾਹਿਬ ਨੂੰ ਮਿਲੇ। ਉਹਨਾਂ ਨੇ ਕੋਈ ਮੁਸ਼ਕਿਲ ਹੱਲ ਨਹੀਂ ਕਰੀ ਆਪਦੇ ਟੈਨਿਓਰ ਦੇ ਵਿੱਚ, 4.5 ਸਾਲ ਦੇ ਵਿੱਚ ਇੱਕ ਮੁਸ਼ਕਿਲ ਹੱਲ ਨਹੀਂ ਕਰੀ। ਸਾਨੂੰ ਕੋਈ ਐਜੂਕੇਸ਼ਨ ਨਹੀਂ ਉਸ ਤਰ੍ਹਾਂ ਦੀ। ਜੇ ਰਿਸਰਚ ਕਰਦੇ ਆ, ਰਿਸਰਚ ਫੰਡਿੰਗਾਂ ਨੇ ਉਹ ਬੰਦ ਪਈਆਂ ਨੇ ਪੰਜਾਬੀ ਯੂਨੀਵਰਸਿਟੀ। ਇੱਥੇ ਲੈਬਾਂ ਦਾ ਹਾਲ ਦੇਖ ਸਕਦੇ ਹੋ ਤੁਸੀਂ। ਜਾਂ ਤੁਹਾਨੂੰ ਮੈਂ ਕਹਾਂ ਵੀ ਇੱਥੇ ਜਿਵੇਂ ਹੋਰ ਸਟੇਟ ਯੂਨੀਵਰਸਿਟੀਆਂ ਦੇ ਵਿੱਚ ਜਾਂ ਸੈਂਟਰਲ ਯੂਨੀਵਰਸਿਟੀਆਂ ਦੇ ਵਿੱਚ PhD MPhil ਸਟੂਡੈਂਟਾਂ ਨੂੰ 5000 10,000 ਸਟਾਈਫੰਡ ਮਿਲਦਾ। ਉਹ ਕਿੱਥੇ ਆ? ਮਤਲਬ ਕਿ PhD ਐਡੀ ਡਿਗਰੀ ਆ, ਆਪਦੇ ਖਰਚੇ ਤਾਂ ਬਹੁਤ ਔਖਾ ਹੈ, ਸਕਾਲਰਸ਼ਿਪਾਂ ਕਿੱਥੇ ਨੇ? ਸਾਡਾ ਤਾਂ ਕੋਈ ਬੇਸਿਕ ਇਹਨਾਂ ਨੇ ਕੁਝ ਵੀ ਨਹੀਂ ਕਰਿਆ ਹੈਗਾ। ਉਸ ਤੋਂ ਬਿਨਾਂ ਜਿਵੇਂ ਹੁਣ PhD ਦਾ ਹਾਇਰ ਐਜੂਕੇਸ਼ਨ ਹੋ ਗਈ ਨਾ, ਇੰਪਲੋਇਮੈਂਟ ਕਿੱਥੇ ਆ? ਮੈਂ ਤਾਂ 10 ਦੇ ਵਿੱਚੋਂ ਕੁਝ ਵੀ ਨਹੀਂ ਦਊਂਗਾ, 0 ਵੀ ਨਹੀਂ। ਹਾਂ, ਜਦੋਂ ਮਤਲਬ ਕਿ ਸਾਡਾ ਕੋਈ ਮਸਲਾ ਹੀ ਨਹੀਂ ਹੱਲ ਹੋਇਆ ਹੈਗਾ। ਉਹਨਾਂ ਤੋਂ ਬਾਅਦ CM ਚੰਨੀ ਦੀ ਸਰਕਾਰ ਆਈ ਹੈ, ਉਹਨਾਂ ਨੇ 3 ਮਹੀਨੇ ਮਤਲਬ ਉਹਨਾਂ ਦੀ ਸੱਤਾ ਰਹੀ ਹੈ, ਤੇ ਉਹਨਾਂ ਨੂੰ ਉਹਨਾਂ ਦਾ ਕੰਮ ਦੇਖ ਕੇ ਉਹਨਾਂ ਨੂੰ ਜੇ ਮਾਰਕਿੰਗ ਦੇਣੀ ਹੋਵੇ, ਦੇਖੋ ਮਾਰਕਿੰਗ ਦੀ ਨਹੀਂ ਮੈਂ ਗੱਲ ਕਰੂੰਗਾ। ਜੇ ਮੈਂ ਕਹਾਂ ਵੀ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ ਸੀਗੇ, ਉਹਨਾਂ ਦਾ ਵਿਰੋਧ ਵੀ ਹੋਇਆ, ਚਲ ਵੱਖੋ-ਵੱਖ ਜਿਹੜੇ ਧਰਨੇ ਮੁਜ਼ਾਹਰੇ ਹੋ ਰਹੇ ਸੀਗੇ ਉਸ ਉਹਨੇ ਦੇਖਿਆ, ਪਰ ਉਹ ਕਿਤੇ ਨਾ ਕਿਤੇ ਸਾਡੀ ਯੂਨੀਵਰਸਿਟੀ ਨੂੰ 150 ਕਰੋੜ ਰੁਪਏ ਦਾ ਜਿਹੜਾ ਡੈਟ ਦੇ ਵਿੱਚ ਬਾਹਰ ਕੱਢ ਕੇ ਗਏ ਨੇ, ਤੇ ਉਹਨਾਂ ਨੇ 20 ਕਰੋੜ ਮੰਥਲੀ ਗ੍ਰਾਂਟ ਦੀ ਜਿਹੜੀ ਇੱਕ ਪਾਲਿਸੀ ਉਹ ਬਣਾਈ ਆ, ਠੀਕ ਆ। ਉਹ ਹਜੇ ਤੱਕ ਜਿਹੜਾ ਹੈਗਾ ਆ ਉਹ ਸਾਨੂੰ ਪੋਜ਼ਿਟਿਵ ਲੱਗਿਆ ਉਹਨਾਂ ਦਾ। ਅਗਲੀ ਸਰਕਾਰ ਕਿਵੇਂ ਆਉਂਦੀ ਆ ਉਹਦੇ ਤੇ ਆ, ਪਰ ਇੱਕ ਵਾਰ ਉਹ ਜਿਹੜਾ 150 ਕਰੋੜ ਰੁਪਏ ਉਹ ਸਾਨੂੰ ਹੁਣ ਸੁਣਨ 'ਚ ਵੀ ਆਇਆ ਵੀ ਉਹ ਵੀ ਨੇੜੇ ਤੇੜੇ ਲੱਗ ਗਿਆ ਜਾਂ ਹੋ ਗਿਆ ਉਹ, ਹੈ ਨਾ, ਵੀ ਇਹ ਤੇ ਹਜੇ ਕਲੀਅਰ ਕੱਟ ਨਹੀਂ, ਪਰ ਉਹ ਕੁਛ ਕਰਕੇ ਗਏ ਨੇ ਯੂਨੀਵਰਸਿਟੀ ਬਾਰੇ, ਤਾਂ ਉਹ ਅਸੀਂ ਪੋਜ਼ਿਟਿਵ ਲੈ ਕੇ ਚੱਲ ਰਹੇ ਹਾਂ। ਪਰ ਹੋਣ ਵਾਲੀਆਂ ਤਾਂ ਬਹੁਤ ਹੋਰ ਚੀਜ਼ਾਂ ਹੈਗੀਆਂ। ਮਤਲਬ ਕਿ ਐਵੇਂ ਨਹੀਂ ਹੁੰਦਾ ਹੈਗਾ ਵੀ ਚਿਹਰਿਆਂ ਦੀ ਰਾਜਨੀਤੀ ਨਹੀਂ, ਇੱਥੇ ਲੋਕਾਂ ਦੀ ਰਾਜਨੀਤੀ ਚੱਲੂਗੀ। ਲੋਕ ਕੀ ਚਾਹੁੰਦੇ ਨੇ? ਲੋਕ ਚਾਹੁੰਦੇ ਨੇ ਰੁਜ਼ਗਾਰ। ਕਰੋਨਾ ਪੀਰੀਅਡ ਦੇ ਵਿੱਚ ਆਪਣਾ ਰਿੰਦਰਾ ਹਸਪੀਟਲ ਆ, ਉੱਥੇ ਹੁਣ ਪਿਛਲੇ 1.5 ਮਹੀਨੇ ਤੋਂ ਪੰਜਾਬ ਦੇ ਪ੍ਰੋਫੈਸਰ ਨੇ ਜਿਹੜੇ ਜੀ ਉਹ ਧਰਨਿਆਂ ਤੇ ਬੈਠੇ ਸੀ PFECTO, ਕਿਉਂਕਿ ਉਹਨਾਂ ਦਾ ਪੇ ਕਮਿਸ਼ਨ ਨਹੀਂ ਲਾ ਰਹੇ। ਤੇ ਜਿਹੜੇ ਹੈਲਥ ਕਰਮਚਾਰੀ ਨੇ ਸਾਰੇ, ਚਾਹੇ ਕਰੋਨਾ ਵੈਰੀਅਰ ਨੇ, ਚਾਹੇ ਨਰਸਾਂ ਨੇ, ਚਾਹੇ ਕੋਈ ਹੋਰ ਨੇ, ਤੁਸੀਂ ਦੇਖਦੇ ਉਹ ਕਿੰਨੇ ਟਾਈਮ ਤੋਂ ਧਰਨਿਆਂ ਤੇ ਬੈਠੇ ਨੇ, ਕੁਝ ਨਹੀਂ ਸੁਣਿਆ ਗਿਆ ਉਹਨਾਂ ਦਾ। ETT ਅਧਿਆਪਕ ਬੈਠੇ ਨੇ, ਠੀਕ ਆ। B.Ed ਵਾਲੇ ਟੈਂਕੀਆਂ 'ਤੇ ਚੜੇ ਹੋਏ ਨੇ, ਉਹ ਵੀ 100 ਦਿਨਾਂ ਦੇ ਵਿੱਚ ਸੀਗਾ, ਉਹ ਕਿੰਨੇ ਕੁ ਹੱਲ ਹੋ ਗਏ? 1158 ਦੀ ਭਰਤੀ ਹੋਈ ਆ ਪੰਜਾਬ ਦੇ ਵਿੱਚ,
ਅਸਿਸਟੈਂਟ ਪ੍ਰੋਫੈਸਰ ਦੀ 25 ਸਾਲ ਬਾਅਦ ਉਹ ਨਹੀਂ ਪੂਰ ਚੜੀ ਹੈਗੀ। ਮਤਲਬ ਮਸਲੇ ਤਾਂ ਬਹੁਤ ਨੇ, ਚਿਹਰਿਆਂ ਦੀ ਰਾਜਨੀਤੀ ਨਹੀਂ, ਰਾਜਨੀਤੀ ਲੋਕਾਂ ਦੀ। ਉਹ ਲੋਕਾਂ ਨੂੰ ਹੈਲਥ ਚਾਹੀਦੀ ਆ, ਐਜੂਕੇਸ਼ਨ ਚਾਹੀਦੀ ਆ। ਮਤਲਬ ਕਿ ਸਾਨੂੰ ਇੱਥੇ ਪੰਜਾਬੀ ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਚਾਹੀਦੀਆਂ ਸਰਕਾਰੀ, ਜਿਹਨੂੰ ਸਰਕਾਰ ਫੰਡਿੰਗ ਕਰੋ। ਸਾਨੂੰ ਅਮਿਤੀ ਯੂਨੀਵਰਸਿਟੀ ਵਰਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਚਾਹੀਦੀਆਂ। ਸਾਨੂੰ LPU ਯੂਨੀਵਰਸਿਟੀ ਵਰਗੀਆਂ ਯੂਨੀਵਰਸਿਟੀਆਂ ਨਹੀਂ ਚਾਹੀਦੀਆਂ, ਜਿਹੜੀਆਂ ਕਿ ਲੋਕਾਂ ਨੂੰ ਦੀ ਸਿੱਲ ਲਾਉਂਦੀਆਂ ਨੇ, ਲੱਖਾਂ ਰੁਪਏ ਦੇ ਵਿੱਚ ਜਿਹੜੀ ਐਜੂਕੇਸ਼ਨ ਵੇਚਦੀਆਂ ਨੇ। ਕੈਪਟਨ ਨੇ ਜਿਹੇ ਜੇ ਪਹਿਲਾਂ ਲੱਲਰ ਲਾਤੇ ਜਿਹੋ ਜਿਹੇ ਹੁਣ ਕਰ ਦੇਣਗੇ। ਹੁਣ ਤਾਂ ਨਵੀਂ ਪਾਰਟੀ ਚਾਹੁੰਦੇ ਹੈਗੇ, ਸਾਰਾ ਪੰਜਾਬ ਨਵੀਂ ਪਾਰਟੀ ਚਾਹੁੰਦਾ ਹੈਗਾ ਤੇ ਚਾਹੁੰਦੇ ਹੈਗੇ ਵੀ ਜਿੱਦਾਂ ਹੁਣ ਪਹਿਲਾਂ ਹਰੇਕ ਲੀਡਰ ਇਹੀ ਕਹਿੰਦਾ ਨਾਲੀਆਂ ਬਣਾ ਦੀਆਂ, ਸੜਕਾਂ ਬਣਾ ਦੀਆਂ, ਇੱਥੇ ਤੱਕ ਫਿਰਦੇ ਨੇਗੇ ਸਾਰੇ। ਅਸੀਂ ਚਾਹੁੰਦੇ ਹਾਂ ਕਿ ਕੋਈ ਯੂਨੀਵਰਸਿਟੀ 'ਚ ਮਤਲਬ ਕਿ ਜਿੱਦਾਂ ਕਰਜ਼ੇ ਉਠਾਈ ਹੋਈ ਹੈਗੀ ਹੈ ਨਾ, ਯੂਨੀਵਰਸਿਟੀ ਨੂੰ ਅੱਗੇ ਪਹੁੰਚਾਉਣ, ਕਾਲਜ ਨਵੇਂ ਖੋਲ੍ਹਣ ਕੋਈ ਹੈ ਨਾ, ਸਰਕਾਰੀ ਕਾਲਜ ਜਿੱਦਾਂ ਸਰਕਾਰੀ ਸਕੂਲ ਨਵੇਂ ਆਉਣ ਹੈ ਨਾ, ਅਤੇ ਆਪਣੇ ਹਸਪਤਾਲ ਖੋਲ੍ਹਣ ਨਵੇਂ ਸਰਕਾਰੀ, ਜਿੱਥੇ ਆਪਾਂ ਨੂੰ ਵਧੀਆ ਸਹੂਲਤ ਮਿਲ ਸਕੇ। ਕਿਉਂਕਿ ਗਰੀਬ ਬੰਦਾ ਹੈਗਾ ਜਿਹੜਾ ਉਹ ਪ੍ਰਾਈਵੇਟ ਹਸਪਤਾਲਾਂ 'ਚ ਆਪਦਾ ਇਲਾਜ ਕਰਾ ਨਹੀਂ ਸਕਦਾ। ਅਮੀਰ ਬੰਦੇ ਨੇਗੇ ਜਿਹੜੇ ਉਹ ਆਪਦਾ ਮਤਲਬ ਕਿ ਇਲਾਜ ਕਰਾਏ ਲੈਂਦੇ ਨੇਗੇ, ਉਹਨਾਂ ਨੂੰ ਇਹੀ ਸਰਕਾਰੀ ਵਧੀਆ ਨੇਗੀਆਂ, ਇਹਨਾਂ ਦੇ ਸਰਕਾਰਾਂ ਦੀ ਉਹ ਬੰਦੇ ਨੇਗੇ। ਅਤੇ ਆਪਾਂ ਚਾਹੁੰਦੇ ਕਿ ਜੀ ਨਵੀਂ ਸਰਕਾਰ ਆਵੇ ਅਤੇ ਮੌਕਾ ਨਵਾਂ ਦਈਏ, ਨਵੀਂ ਸਰਕਾਰ ਨੂੰ ਕੁਛ ਚੰਗਾ ਬਣਾਏ। ਉਹ ਵੀ ਜੇ ਚੰਗਾ ਕਰੇ ਸੀ ਵੀ ਤਾਂ ਭਾਲਦੇ ਵੀ ਜੀ ਤਾਂ ਆਉਣ ਜੇ ਕੁਛ ਚੰਗਾ ਕਰਨਗੇ। 4.5 ਸਾਲ ਕੈਪਟਨ ਦੀ ਸਰਕਾਰ ਰਹੀ ਹੈ ਤੇ ਅਗਰ ਉਹਨਾਂ ਦੇ ਜੋ ਵੀ ਉਹਨਾਂ ਨੇ ਕੰਮ ਕੀਤਾ ਉਹ ਦੇਖ ਕੇ ਅਗਰ ਤੁਸੀਂ ਉਹਨਾਂ ਨੂੰ ਕੋਈ ਨੰਬਰ ਦੇਣਾ ਚਾਹੋ, 10 ਚੋਂ ਮਾਰਕ ਦੇਣਾ ਚਾਹੋ, ਕਿੰਨੇ ਨੰਬਰ ਦੋਗੇ? 0 ਨੰਬਰ ਹੈ ਨਹੀਂ, ਕਿਉਂਕਿ ਕੁਛ ਕੀਤਾ ਹੀ ਨਹੀਂ ਹੈਗਾ ਜੀ। ਅਸੀਂ ਵੋਟਾਂ ਪਈਆਂ ਨੇ, ਉਸ ਤੋਂ ਬਾਅਦ ਕੈਪਟਨ ਸਾਹਿਬ ਦਿਖੀ ਨਹੀਂ ਹੈਗੇ। ਆਪਾਂ ਦੇਖੀ ਹੈਗਾ ਬਸ, ਕਦੇ ਦਿਖੀ ਨਹੀਂ ਹੈਗੇ। ਮਤਲਬ ਕਿ ਕਿਸੇ ਮੀਡੀਆ ਮੂਹਰੇ ਯੂਥ ਦੀ ਡਿਮਾਂਡ ਇਹੀ ਹੈ ਜੀ, ਮਤਲਬ ਕਿ ਨਸ਼ਾ ਪੱਤਾ ਦੂਰ ਹੋਵੇ। ਪਹਿਲੀ ਗੱਲ ਤਾਂ ਹੀ ਨਸ਼ੇ ਰਹਿਤ ਪੰਜਾਬ ਬਣਾਵੇ। ਇਹਨਾਂ ਨੇ ਵੱਡੇ ਵੱਡੇ ਲਾਰੇ ਲਾਏ ਸੀਗੇ, ਅਸੀਂ ਨਸ਼ਾ ਮੁਕਤ ਪੰਜਾਬ ਕਰ ਦਾਂਗੇ, ਠੀਕ ਹੈ, ਅਤੇ ਕਿਹਾ ਸੀਗਾ ਅਸੀਂ ਕਰਜ਼ਾ ਮਾਫ ਕਰਾਂਗੇ। ਕੋਈ ਸਾਡਾ ਕਰਜ਼ਾ ਨਹੀਂ ਮਾਫ ਹੋਇਆ ਹੈਗਾ ਗਾ। ਹੁਣ ਉੱਧਰ ਮੈਂ ਸੰਗਰੂਰ ਦਾ ਵਾਸੀ ਹਾਂ ਜੀ, ਉੱਧਰੋਂ, ਅਤੇ ਉੱਥੇ ਬਹੁਤ ਜ਼ਿਆਦਾ ਨਰਮੇ ਦਾ ਵੀ ਨੁਕਸਾਨ ਹੋਇਆ। ਸਾਡੇ ਮਾਨਸਾ ਉੱਧਰ ਏਰੀਏ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਾ। ਕੋਈ ਨਰਮੇ ਦਾ ਉਹਨਾਂ ਨੇ ਨਹੀਂ ਦਿੱਤੇ ਹੈਗੇ ਪੈਸੇ, ਮੁਆਵਜ਼ਾ ਦਿੱਤਾ ਹੈਗਾ, ਅਤੇ ਬਸ ਲਾਰ ਹੀ ਨਹੀਂ। ਬਸ ਹੁਣ ਤੱਕ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਹੈਗਾ ਐਂ ਕਰਾਂਗੇ ਵਾਹ ਕਰਾਂਗੇ, ਕੁਛ ਨਹੀਂ ਕੀਤਾ ਹਾਲੇ ਤੱਕ। ਸਿਰਫ ਲਾਰੇ ਨੇ ਸਰਕਾਰਾਂ ਦੇ, ਵੱਡੇ ਵੱਡੇ ਵਾਅਦੇ ਕਰਕੇ ਆ ਜਾਂਦੇ ਨੇਗੇ, ਕੀਤਾ ਹਾਲੇ ਤੱਕ ਕੁਛ ਨਹੀਂ ਕੀਤਾ ਜੀ। ਭਗਵੰਤ ਮਾਨ ਸਾਹਿਬ 'ਤੇ ਆਸ ਹੈਗੀ ਕੁਛ ਕਰਨਗੇ। ਤੁਹਾਨੂੰ ਲੱਗਦਾ ਉਹ ਹਾਂ ਜੀ, ਲੱਗਦਾ ਹੈਗਾ, ਕਿਉਂਕਿ ਹੁਣ ਤੱਕ ਉਹਨਾਂ ਨੇ ਆਵਾਜ਼ ਉਠਾਈ ਹੈ ਜੀ, ਲੋਕਾਂ ਨੂੰ ਬੋਲਣ ਜੋਗਾ ਕੀਤਾ ਹੈਗਾ ਉਹਨਾਂ ਲੀਡਰਾਂ ਮੂਹਰੇ ਉਹਨਾਂ ਨੇ। ਕਿਉਂਕਿ ਅੱਜ ਤੱਕ ਅਸੀਂ ਸੀਗੇ, ਸਾਨੂੰ ਪਤਾ ਨਹੀਂ ਸੀਗਾ ਵੀ ਕਿੱਦਾਂ ਸਰਕਾਰ ਕੀ ਕੁਛ ਹੁੰਦਾ। ਉਹਨਾਂ ਨੇ ਸਾਰਾ ਕੁਛ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਆਪਾਂ ਵੀ ਆਪਦਾ ਹੱਕ ਕਿਵੇਂ ਲੈਣਾ। ਸਾਨੂੰ ਭਗਵੰਤ ਮਾਨ ਸਾਹਿਬ ਨਹੀਂ ਦੱਸਿਆ ਹੈਗਾ, ਕਿਉਂਕਿ ਅਸੀਂ ਬਿਲਕੁਲ ਪਤਾ ਹੀ ਨਹੀਂ ਸੀਗਾ ਕੁਛ। ਪਹਿਲਾਂ ਸਰਕਾਰਾਂ ਸਿਰਫ ਆਉਂਦੀਆਂ ਦੀਆਂ, ਕਦੇ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ, ਕਦੇ ਅਕਾਲੀ ਆ ਗਏ, ਬਾਰੀ ਬੰਦ ਰੱਖੀ ਸੀ ਇਹਨਾਂ ਨੇ। ਹੁਣ ਚਾਹੁੰਦੇ ਕਿ ਵੀ ਬਦਲਾਵ ਚਾਹੁੰਦੇ ਕਿ ਨੌਜਵਾਨ ਬਦਲਾਵ ਚਾਹੁੰਦੇ ਨੇਗੇ, ਵਧੀਆ ਸਹੂਲਤਾਂ ਮਿਲਣ, ਠੀਕ ਹੈ। ਨਵੀਂ ਸਰਕਾਰ ਤੋਂ ਵੀ ਇਹੀ ਆਸ ਰੱਖਦੇ ਆਂਗੇ ਵੀ ਉਹ ਵੀ ਕਿਤੇ ਸਾਨੂੰ ਲਾਰੇ ਨਾ ਲਾਵੇ ਕਿਤੇ। ਜਿੱਦਾਂ ਹੁਣ ਦੇਖਿਆ ਹੈਗਾ ਨਰਸਾਂ ਧਰਨੇ 'ਤੇ ਨੇਗੇ ਆਪਣੇ, ਹੈ ਨਾ, ਕਿਸਾਨ ਧਰਨੇ ਤੋਂ ਆਏ ਨੇਗੇ, ਸਾਰੇ ਧਰਨਿਆਂ ਦੀ ਚੱਲੇ ਨੇ ਜੀ। ਵਿਦਿਆਰਥੀ ਧਰਨੇ 'ਤੇ ਬੈਠੇ ਨੇਗੇ। ਹੁਣ ਸਾਡੇ 5 ਸਾਲ ਧਰਨਿਆਂ 'ਚ ਲੰਘ ਗਏ, ਅੱਗੇ ਅਸੀਂ ਚਾਹੁੰਦੇ ਨਹੀਂ ਵੀ ਧਰਨੇ ਹੋਰ ਲਾਈਏ। ਤੁਸੀਂ ਕੀ ਕਹਿਣਾ ਚਾਹੋਗੇ? ਚਾਹੁੰਦੇ ਹੋ ਕੈਪਟਨ ਦੀ ਸਰਕਾਰ ਦੁਬਾਰਾ ਆਏ? ਮੌਕਾ ਸਭ ਨੂੰ ਦੇਣਾ ਚਾਹੀਦਾ ਜੀ। ਕਿਸ ਨੂੰ ਮੌਕਾ ਦਵੋਗੇ ਇਸ ਵਾਰ? ਇਸ ਵਾਰ ਝਾੜੂ ਨੂੰ ਮੌਕਾ ਦੇਵਾਂਗੇ, ਆਪਾਂ ਵੋਟ ਪਾਵਾਂਗੇ ਝਾੜੂ ਨੂੰ। ਕੈਪਟਨ ਨੇ ਜੋ ਕੰਮ ਕੀਤਾ 4.5 ਸਾਲ, ਖੁਸ਼ ਹੋ ਤੋਂ ਕਿੰਨੇ ਨੰਬਰ ਦਵੋਗੇ ਉਹਨਾਂ ਨੂੰ ਜੇ ਨੰਬਰ ਦੇਣੇ ਹੋਣ? ਦੇਵਾਂਗੇ 3 ਨੰਬਰ ਦੇਵਾਂਗੇ। ਨਹੀਂ, ਕੰਮ ਕੀਤਾ ਹੀ ਨਹੀਂ ਹੈਗਾ ਜੀ। ਕੰਮ ਆਪਾਂ ਨੰਬਰ ਤਾਂ ਦੇਈਏ, ਹੈ ਨਾ, ਜੇ ਉਹਨਾਂ ਨੇ ਕੁਛ ਕੰਮ ਕੀਤਾ ਹੋਵੇ। ਹੁਣ ਕੈਪਟਨ ਦਾ ਆਪਣਾ ਜੱਦੀ ਇਲਾਕਾ ਹੈਗਾ ਪਟਿਆਲਾ, ਹੈ ਨਾ, ਇੱਥੇ ਦਾ ਪਟਿਆਲੇ ਦਾ ਵਿਕਾਸ ਵੀ ਆਪਾਂ ਨੂੰ ਪਤਾ ਹੀ ਹੈ ਉਹਨਾਂ ਨੇ ਕਿੰਨਾ ਕੁ ਕੀਤਾ ਹੈਗਾ, ਹੈ ਨਾ। ਉਹੀ ਸੜਕਾਂ ਪੁਰਾਣੀਆਂ ਪਈਆਂ ਨੇਗੀਆਂ, ਸੜਕਾਂ ਦਾ ਵੀ ਨਹੀਂ ਵਿਕਾਸ ਕੀਤਾ, ਹੋਰ ਤਾਂ ਉਹਨਾਂ ਨੇ ਕਰਨੀ ਕੀ ਹੈਗਾ। ਰਜਿੰਦਰਾ ਹਸਪਤਾਲ ਦਾ ਹਾਲ ਦੇਖ ਸਕਦੇ ਹਾਂਗੇ ਆਪਾਂ ਕਿੱਦਾਂ ਦਾ ਹੈਗਾ ਉੱਥੇ ਜਾ ਕੇ, ਹੈ ਨਾ। ਮਰੀਜ਼ਾਂ ਦੀ ਨਹੀਂ ਕੋਈ ਸੁਣਵਾਈ ਹੋ ਸਕਦੀ। ਸਿਰਫ ਤਕੜੇ ਬੰਦੇ ਨੇਗੇ, ਜਿਹੜੇ ਲੀਡਰਾਂ ਦੇ ਬੰਦੇ ਨੇਗੇ, ਉਹੀ ਬੰਦੇ ਜਾ ਕੇ ਆਪਦਾ ਇਲਾਜ ਕਰਾ ਸਕਦੇ ਨੇਗੇ। ਮਤਲਬ ਕਿ ਗਰੀਬ ਬੰਦੇ ਦਾ ਇੱਥੇ ਕੋਈ ਅੱਜ ਤੱਕ ਕਿਸੇ ਨੇ ਸੁਣਵਾਈ ਕੀਤੀ ਨਹੀਂ ਹੈਗੀ। ਪੰਜਾਬ ਦਾ ਯੂਥ ਬਾਹਰ ਜਾਂਦਾ? ਹਾਂ, ਤਾਂ ਹੀ ਪੰਜਾਬ ਦਾ ਯੂਥ ਬਾਹਰ ਜਾਂਦਾ ਹੈਗਾ। ਹੁਣ ਇਹ ਕਹਿੰਦੇ ਸੀ ਫ੍ਰੀ ਆਈਲੈਟਸ ਕਰਵਾ ਦੇਵਾਂਗੇ, ਇਹ ਤਾਂ ਐਂ ਤਾਂ ਨਹੀਂ ਸੋਚਦੇ ਸੀ ਪੰਜਾਬ 'ਚ ਕੁਛ ਇੱਦਾਂ ਦਾ ਕਰ ਦਈਏ ਵੀ ਨੌਜਵਾਨ ਬਾਹਰ ਨਾ ਜਾਣ। ਹੁਣ ਅੱਜ ਗਏ ਹੋਏ ਨੇ ਜਿਹੜੇ ਨੌਜਵਾਨ, ਲਾ ਲਓ ਜੀ, ਜੇ ਲੱਖ ਬੰਦਾ ਅੱਜ ਗਿਆ ਹੈਗਾ ਬਾਹਰ, ਉਹਨਾਂ ਨੇ ਹੌਲੀ ਆਪਣੇ 2-3 ਸਾਲਾਂ ਨੂੰ ਪੱਕੇ ਹੋ ਕੇ ਆਪਦੇ ਮਾਂ-ਬਾਪ ਵੀ ਬਾਹਰ ਬੁਲਾ ਲੈਣੇ। ਨਹੀਂ ਕਰਦਾ ਆਪਾਂ ਜੇ ਉਸ ਤੋਂ ਲਾਈਏ ਵੀ 3-4 ਲੱਖ ਬੰਦਾ ਅਗਲੇ ਸਾਲ, ਆਉਣ ਵਾਲੇ ਸਾਲਾਂ 'ਚ ਬਾਹਰ ਹੋ ਜਾਊਗਾ। ਪੰਜਾਬ ਵਿਹਲਾ ਹੈਗਾ। ਇਹਨਾਂ ਨੂੰ ਸੋਚਣਾ ਚਾਹੀਦਾ ਆਪਦੇ ਪੰਜਾਬ ਬਾਰੇ, ਠੀਕ ਹੈ। ਪੰਜਾਬ ਦੇ ਸਿਰ ਕਰਜ਼ਾ ਹੈਗਾ, ਉਹਦੇ ਬਾਰੇ ਸੋਚਣਾ ਚਾਹੀਦਾ ਹੈਗਾ। ਇਹ ਕੀ ਕਹਿੰਦੇ ਨੇ ਕਿ ਤੁਹਾਨੂੰ ਪੈਸੇ ਮੁਫਤ ਦੇਵਾਂਗੇ, ਸਾਰਾ ਕੁਝ ਮੁਫਤ, ਉਹ ਵੀ ਲਾਰੇ ਲਾਉਂਦੇ ਨੇਗੇ, ਮਤਲਬ ਕਿ ਮੁਫਤ ਵਾਲੇ ਵੀ। ਇਹਨਾਂ ਨੂੰ ਸੋਚਣਾ ਚਾਹੀਦਾ ਪੰਜਾਬ ਸਿਰ ਕਰਜ਼ਾ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਠੀਕ ਹੈ। ਇੱਕ ਸਰਕਾਰ ਦੂਜੀ ਸਰਕਾਰ 'ਤੇ ਰੋਪ ਲਾ ਰਹੀ ਹੈਗੀ,
ਠੀਕ ਹੈ। ਇਹਨਾਂ ਨੇ ਪੰਜਾਬ ਦੇ ਸਰਕਾਰ ਜਾਂ ਉਹ ਮਾਫ ਕਰਨ ਵੀ ਉਹਨੂੰ ਲਾਈਏ ਕਿੱਦਾਂ ਲਾਈਏ, ਠੀਕ ਹੈ। ਨਵੇਂ ਕਾਲਜ ਖੋਲ੍ਹਣ, ਯੂਨੀਵਰਸਿਟੀਆਂ ਨਵੀਆਂ ਬਣਾਉਣ, ਠੀਕ ਹੈ, ਵੀ ਜਿੱਥੇ ਪੰਜਾਬ ਦੇ ਲੋਕਾਂ ਨੂੰ, ਯੂਥ ਨੂੰ ਮਤਲਬ ਕਿ ਨਵੀਂ ਐਜੂਕੇਸ਼ਨ ਮਿਲੇ, ਠੀਕ ਹੈ। ਹਸਪਤਾਲ ਵਧੀਆ ਖੋਲ੍ਹਣ, ਜਿੱਦਾਂ ਹੁਣ ਚਲੋ ਆਪਾਂ ਐਵੇਂ ਕਹੀਏ ਸਿੰਗਲਾ ਸਾਹਿਬ ਨੇ ਕਿ ਸਾਡੇ ਉਧਰ ਕਾਂਗਰਸ ਦੇ, ਠੀਕ ਹੈ, ਉਹਨਾਂ ਨੇ ਬਹੁਤ ਵਧੀਆ PGI ਬਣਾਇਆ ਹੈਗਾ ਸਾਡੇ ਸੰਗਰੂਰ ਹਲਕੇ 'ਚ। ਅਸੀਂ ਉਹਦੇ ਲਈ ਉਹਨਾਂ ਨੂੰ ਬਹੁਤ ਧੰਨਵਾਦ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਬਹੁਤ ਸਾਰੇ ਕੰਮ ਕਰਵਾਏ ਨੇਗੇ। ਪਰ ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਵੀ ਨਵੀਂ ਸਰਕਾਰ ਆਵੇ, ਠੀਕ ਹੈ, ਕੁਛ ਨਵਾਂ ਮਿਲੇ, ਠੀਕ ਹੈ। ਹੁਣ ਤੱਕ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀਗੀ ਹੈ ਨਾ, ਉਹਦੀ ਕੋਈ ਸੁਣਵਾਈ ਨਹੀਂ ਹੋਈ, ਠੀਕ ਹੈ। ਮਤਲਬ ਕਿ ਆਪ ਇਹ ਲੀਡਰਾਂ ਦੇ ਹੱਥ ਹੈਗਾ, ਸਾਰਾ ਕੁਝ ਕਰ ਸਕਦੇ ਨੇਗੇ, ਪਰ ਇਹ ਕਰਨਾ ਨਹੀਂ ਚਾਹੁੰਦੇ। ਇੱਥੋਂ ਆਪਾਂ ਨੂੰ ਇਹੀ ਲੱਗ ਸਕਦਾ ਜਾਂ ਤਾਂ ਇਹਨਾਂ ਦਾ ਹੱਥ ਹੋਊਗਾ ਵਿੱਚ, ਜਾਂ ਇਹ ਮਤਲਬ ਕਿ ਵੀ ਕੋਈ ਬਸ ਵੀ ਵੋਟਾਂ ਕਰਕੇ ਹੀ ਹੋ ਰਿਹਾ ਹੈਗਾ ਸਭ ਕੁਝ, ਤਾਂ ਨਹੀਂ ਕਰਨਾ ਚਾਹੁੰਦੇ ਇਹ। ਮੈਮ ਸਪੋਰਟ ਤਾਂ ਦੇਖੋ ਜੀ, ਪਿਛਲੇ ਆਪਾਂ ਨੂੰ ਕਾਂਗਰਸ ਸਰਕਾਰ ਰਹੀ ਹੈ 4.5 ਸਾਲ, ਚਲੋ 6 ਮਹੀਨੇ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਾਂ ਲਿਆ ਗਿਆ ਸੀ ਉਹਨਾਂ ਤੋਂ, ਉਹ ਗੱਲ ਤਾਂ ਆਪਾਂ ਨੂੰ ਡੀਪਲੀ ਇੰਨਾ ਨਹੀਂ ਪਤਾ ਕੀ ਕਾਰਨ ਸੀਗਾ। ਬਟ ਕੰਮ ਨੂੰ ਦੇਖ ਕੇ ਦੇਖਿਆ ਜਾਏ ਫਿਰ ਤਾਂ ਕੁਝ ਕਹਿ ਨਹੀਂ ਸਕਦੇ। ਹੁਣ ਲੋਕਾਂ ਨੂੰ ਪਤਾ ਹੀ ਹੈ ਜੀ, ਅੱਜ ਕੱਲ੍ਹ ਯੂਥ, ਨਵੀਂ ਪੀੜ੍ਹੀ, ਸਾਰਿਆਂ ਨੂੰ ਪਤਾ ਹੈ ਕੀ ਚੱਲ ਰਿਹਾ, ਕੀ ਹੋਣਾ ਚਾਹੀਦਾ ਹੈ, ਕੀ ਚਾਹੁੰਦੇ ਹੈ। ਕੀ ਚਾਹੁੰਦੀ ਅੱਜ ਦੀ ਯੂਥ? ਅੱਜ ਦੀ ਇਹ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ, ਕਿਉਂਕਿ ਇੱਕ ਪੋਸਟ ਹੁੰਦੀ ਹੈ ਤੇ ਉਹਦੇ ਲਈ ਘੱਟ ਤੋਂ ਘੱਟ ਵੀ 10,000 20,000 ਬੱਚਾ ਲਾਈਨ 'ਚ ਲੱਗਦਾ ਹੈ ਜੀ। ਜੇ 4,000 ਪੋਸਟ ਆਉਂਦੀ, 4 ਲੱਖ ਫਾਰਮ ਅਪਲਾਈ ਕੀਤਾ ਜਾਂਦੀ। ਪਿੱਛੇ ਦੇਖਿਆ ਹੀ ਆ, ਪੰਜਾਬ ਪੁਲਿਸ ਦੀ ਭਰਤੀ ਆਈ ਹੈ, ਸਬ ਇੰਸਪੈਕਟਰ ਦੀ ਆਈ ਹੈ, ਪਟਵਾਰੀ ਦੀ ਆਈਆਂ, ਟੀਚਰ ਦੀ ਆਈਆਂ, ਜੋ ਵੀ ਹੈ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ, ਕੋਈ ਕੰਪਲੀਟ ਨਹੀਂ ਕੀਤੀ ਗਈ। ਹੁਣ ਕਾਂਗਰਸ ਸਰਕਾਰ ਤੋਂ ਤਾਂ ਇਹੀ ਲੱਗ ਰਿਹਾ ਵੀ ਔਖਾ ਹੀ ਹੈ। ਨਹੀਂ ਸਪੋਰਟ ਕਰੋਗੇ ਇਸ ਵਾਰ? ਬਿਲਕੁਲ ਜੀ ਨਹੀਂ, ਬਿਲਕੁਲ। ਜੋ ਕੈਪਟਨ ਨੇ 4.5 ਸਾਲ ਕੰਮ ਕੀਤਾ ਹੈ, ਉਹ ਬਿਲਕੁਲ ਵੀ ਸੈਟੀਸਫਾਈਡ ਨਹੀਂ ਉਸ ਤੋਂ? ਮੈਮ 4.5 ਸਾਲ ਕੀਤਾ ਹੀ ਨਹੀਂ ਕੁਛ। ਤੁਹਾਨੂੰ ਆਪਾਂ ਦੇਖ ਹੀ ਰਹੇ ਹਾਂ, ਤੁਸੀਂ ਵੀ ਇੱਥੇ ਰਹਿੰਦੇ ਹੋ, ਫੀਲਡ ਵਿੱਚ ਰਹਿੰਦੇ ਹੋ, ਬਿਲਕੁਲ ਕੋਈ ਕੰਮ ਨਹੀਂ ਹੋਇਆ ਜੀ। ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਬੇਰੁਜ਼ਗਾਰੀ ਖਤਮ ਕੀਤੀ ਜਾਏ, ਵਧੀਆ ਚੰਗੇ ਵਧੀਆ ਕੋਈ ਯੂਨੀਵਰਸਿਟੀਆਂ, ਵਧੀਆ ਕੋਈ ਸੋਰਸ ਲਿਆਂਦੇ ਜਾਣ, ਵਧੀਆ ਚੀਜ਼ਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਕੀਤੀਆਂ ਜਾਣ। ਇਹ ਨਹੀਂ ਜੋ ਕਿ ਪੰਜਾਬ ਦੇ ਨਵੀਂ ਯੂਥ ਬਾਹਰ ਜਾ ਰਿਹਾ, ਪੜ੍ਹਦੇ ਆ, B.Ed ਕਰਦੇ ਆ, MA ਕਰਦੇ ਆ, PhD ਕਰਦੇ ਆ, ਉਸ ਤੋਂ ਬਾਅਦ ਵੀ ਇੰਨੀ ਸਟੱਡੀ ਕਰਨ ਦੇ ਬਾਅਦ ਵੀ ਆਪਾਂ ਬਾਹਰ ਜਾਈਏ, ਬਾਹਰ ਜਾ ਕੇ ਕੈਨੇਡਾ ਅਮਰੀਕਾ ਜਾਂਦੇ ਆ ਇੰਨੇ ਪੈਸੇ ਖਰਚ ਕਰਕੇ। ਇਹ ਕੋਈ ਸਹੀ ਗੱਲ ਨਹੀਂ ਹੈ ਸਰਕਾਰ ਵਾਸਤੇ ਜੀ। ਕੈਪਟਨ ਤੋਂ ਬਾਅਦ CM ਚੰਨੀ ਸੱਤਾ 'ਚ ਉਹਨਾਂ ਦੀ ਸਰਕਾਰ ਆਈ ਹੈ, ਉਹਨਾਂ ਨੇ 3-3.5 ਮਹੀਨੇ ਕੰਮ ਕੀਤਾ, ਜੋ ਵੀ ਉਸ ਤੋਂ ਖੁਸ਼ ਹੋ? ਬਿਲਕੁਲ ਨਹੀਂ ਮੈਮ, ਬਿਲਕੁਲ। ਕੀ ਕੰਮ ਕੀਤਾ ਮੈਮ? ਕੋਈ ਕੰਮ ਸਹੀ ਉਹਨਾਂ ਕੀਤਾ? ਤੁਹਾਨੂੰ ਪਤਾ ਜੀ, ਕਹਿਣ ਨੂੰ ਤਾਂ ਬਹੁਤ ਕੁਝ ਹੁੰਦਾ, ਆਪਾਂ ਕਰਕੇ ਦਿਖਾਈਏ ਉਹ ਗੱਲ ਸਹੀ ਹੈ ਜੀ। ਜੇ ਆਪਾਂ ਕਹਿਣ ਨੂੰ ਤਾਂ ਬਹੁਤ ਗੱਲਾਂ 'ਚ ਕਹੀ ਜਾਂਦੇ, ਉਹ ਕਰਤਾ ਜੀ, ਜੇ ਕਰਤਾ। ਦੋਨਾਂ ਦੇ ਕੰਮ ਨੂੰ ਦੇਖ ਕੇ ਤੁਸੀਂ ਮਾਰਕਿੰਗ ਕਰਨੀ ਹੈ, ਨੰਬਰ ਦੇਣੇ ਹੋਣ ਤਾਂ 10 'ਚੋਂ ਕਿੰਨੇ ਨੰਬਰ ਦੋਗੇ? ਬਿਲਕੁਲ ਨਹੀਂ ਦੇਵਾਂਗਾ ਜੀ ਮੈਂ, ਬਿਲਕੁਲ ਵੀ ਨਹੀਂ? ਬਿਲਕੁਲ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਕੁਛ ਨਹੀਂ, ਇਹੀ ਕਹਾਂਗੇ ਬੇਰੁਜ਼ਗਾਰੀ ਬਹੁਤ ਹੋ ਗਈ ਹੈ ਜੀ। ਤੇ ਕਾਂਗਰਸ ਸਰਕਾਰ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਕੀ ਕਰਿਆ ਉਹਨਾਂ। ਇਸ ਵਾਰ ਕਿਹਨੂੰ ਮੌਕਾ ਦੇਣਾ ਚਾਹੁੰਦੇ ਹੋ, ਕਿਹੜੀ ਸਰਕਾਰ ਇਸ ਨੂੰ? ਵਾਰ ਦੇਖਾਂਗੇ ਕਿਹੜਾ ਆਊਗਾ ਅੱਗੇ, ਜਿਹੜਾ ਵਧੀਆ ਲੱਗਿਆ ਉਹਨੂੰ ਹੀ ਕਰਾਂਗੇ ਸਪੋਰਟ। ਕਿਹੜਾ ਵਧੀਆ ਲੱਗ ਰਿਹਾ ਹੁਣ ਤੱਕ? ਕੋਈ ਨਹੀਂ, ਪ੍ਰਚਾਰ ਸਾਰੇ ਕਰ ਰਹੇ ਆ। ਕੋਈ ਨਹੀਂ, ਅਜੇ ਤਾਂ ਦੇਖ ਲਾਂਗੇ ਜੀ, ਕੋਈ ਨਹੀਂ ਚੱਲ ਰਿਹਾ, ਜਿਹੜਾ ਵੀ ਆਇਆ ਅੱਗੇ ਉਹਨੂੰ ਸਪੋਰਟ ਕਰਾਂਗੇ, ਜਿਹੜਾ ਵਧੀਆ ਲੱਗਿਆ, ਜਿਹੜਾ ਯੂਥ ਦੇ ਨਾਲ ਖੜੂਗਾ, ਬੇਰੁਜ਼ਗਾਰੀ ਖਤਮ ਕਰੂਗਾ। ਕੈਪਟਨ ਅਮਰਿੰਦਰ ਤੇ CM ਚੰਨੀ ਦੇ ਕੰਮ ਨੂੰ ਦੇਖ ਕੇ ਜੋ ਉਹਨਾਂ ਨੇ ਕਾਂਗਰਸ ਸਰਕਾਰ 'ਚ ਰਹਿ ਕੇ ਕੀਤਾ, ਤੇ ਕਿੰਨੇ ਜੇ ਨੰਬਰ ਦੇਣੇ ਕਿੰਨੇ ਦੋਗੇ? ਨੰਬਰ ਮੈਮ ਕੀ ਗੱਲ ਕਰੀ, ਨੰਬਰ ਬੰਦੇ ਨਹੀਂ ਉਹਨਾਂ ਵਾਸਤੇ, ਦੋਨਾਂ ਵਾਸਤੇ ਹੀ। ਉਹ ਇੱਕ ਲਾਣ ਮੰਤਰੀ ਰਿਹਾ, ਇੱਕ ਸੁੱਤਾ ਰਿਹਾ, ਦੋਨਾਂ ਨੂੰ ਪਤਾ ਹੀ ਨਹੀਂ ਕੁਛ, ਕੀ ਨੰਬਰ ਦੇ ਸਕਦੇ ਉਹਨਾਂ ਨੂੰ। ਇਹ ਤਾਂ ਤੁਸੀਂ ਪੰਜਾਬ ਦੇ ਯੂਥ ਤੋਂ ਜਾਣ ਹੀ ਲਿਆ ਕਿ ਇਸ ਵਾਰੀ ਫਿਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਦੇਣਗੇ ਜਾਂ ਨਹੀਂ। ਇਸ ਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਸਵਾਲ ਸਰਕਾਰਾਂ ਨੂੰ ਵੀ ਕੀਤੇ ਹੈ। ਤੁਹਾਡੀ ਇਸ ਅਪਡੇਟ ਤੇ ਕੀ ਰਾਏ ਹੈ, ਕਮੈਂਟ ਸੈਕਸ਼ਨ 'ਚ ਜ਼ਰੂਰ ਸ਼ੇਅਰ ਕਰਿਓ। ਕੈਮਰਾਮੈਨ ਨਿਸ਼ਾਨ ਦੇ ਨਾਲ ਦੀਕਸ਼ਾ ਠਾਕੁਰ।